ਵਾਹਿਗੁਰੂ 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 ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਜੇ ਭੁੱਲੀ ਜੇ ਚੁੱਕੀ ਸਾਈਂ ਭੀ ਤੇ ਹੰਜੀ ਕਾਢਿਆ। ਜਿਨ੍ਹਾਂ ਨੇ ਹੋਂਦ ਜਾਣੇ ਲੱਗਾ ਝੂਰ ਮਰਹੁ ਸੇ ਵਾਢਿਆ। ਹਉ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ। ਇਹੋ ਮਹੰਜਾ ਆਸਰਾ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾਂ ਤੇਰੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ। ਗੁਣ ਗਾਵਾਂ ਨਿਤ ਤੇਰੇ ਸੋ ਕਹੋ ਟਲ ਗੁਰ ਸੇਵੀਐ। ਐਨਸ ਸਹਿਜ ਸੁਭਾਏ ਦਰਸ਼ਨ ਪਰਸਿਆ। ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ। ਨੂਰ ਅਰਸੋਂ ਕੁਰਸੋਂ ਚਟੀਆ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹੰਦ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ। ਸਭਨਾਂ ਦਾ ਵਿਸਾਹ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਹਉਮੈ ਵਿੱਚ ਜਗਤ ਮੂਆ ਮਰਦੋ ਮਰਦਾ ਜਾਏ। ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ। ਕੇ ਕਰੇਗ ਅੱਗੇ ਜਾਏ। ਹਉਮੈ ਵਿੱਚ ਜਗਤ ਮੂਆ ਮਰਦੋ ਮਰਦਾ ਜਾਏ। ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ। ਕੇ ਕਰੇਗ ਅੱਗੇ ਜਾਏ। ਗਿਆਨੀ ਹੋਏ ਸੋ ਚੇਤਨ ਹੋਏ। ਅਗਿਆਨੀ ਅੰਧ ਕਮਾਏ। ਨਾਨਕ ਏਥੈ ਕਮਾਵੈ ਸੋ ਮਿਲੈ। ਅੱਗੇ ਪਾਏ ਜਾਏ। ਮਹੱਲਾ ਤੀਜਾ। ਧੁਰ ਖਸਮੈ ਕਾ ਹੁਕਮ ਪਿਆ ਵਿਣ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰ ਮਿਲਿਆ ਅੰਤਰ ਰਵ ਰਹਿਆ। ਸਦਾ ਰਹਿਆ ਲਿਵ ਲਾਏ।
ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਨਾਨਕ ਇਹ ਮਰਤਬਾ ਤਿਸਨੋ ਦੇ, ਜਿਸਨੋ ਕਿਰਪਾ ਕਰੇ ਰਜਾਏ। ਪੌੜੀ। ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ, ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ। ਆਪੇ ਮੋਨੀ ਵਰਤਦਾ ਆਪੇ ਕਥੈ ਗਿਆਨਾ। ਕੌੜਾ ਕਿਸੈ ਨਾ ਲੱਗਈ ਸਭਨਾ ਹੀ ਭਾਨਾ। ਉਸਤਤ ਬਰਨ ਨਾ ਸਕੀਐ ਸਦ ਸਦ ਕੁਰਬਾਨਾ। ਕੌੜਾ ਕਿਸੈ ਨਾ ਲੱਗਈ ਸਭਨਾ ਹੀ ਭਾਨਾ। ਉਸਤਤ ਬਰਨ ਨਾ ਸਕੀਐ ਸਦ ਸਦ ਕੁਰਬਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਮੁਕੱਦਸ ਧਰਤੀ, ਇਸ ਮਹਾਨ ਪਵਿੱਤਰ ਨਗਰੀ ਵਿੱਚ ਅਦਬ ਸਤਿਕਾਰ ਸਹਿਤ ਸਜੀ ਸਾਧ ਸੰਗਤ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਸਾਨੂੰ ਸਮੱਤ ਦੇਣ ਲਈ, ਸਾਡੀ ਅਗਿਆਨਤਾ ਬੇਸਮਝੀ ਨੂੰ ਦੂਰ ਕਰਨ ਵਾਸਤੇ, ਸਾਨੂੰ ਸੋਝੀ ਦੇਣ ਵਾਸਤੇ, ਸਾਨੂੰ ਰਾਹੇ ਪਾਉਣ ਵਾਸਤੇ ਮਹਾਰਾਜ ਨੇ ਤਰਸ ਕਰਕੇ ਆਪਣੇ ਚਰਨਾਂ 'ਚ ਬਿਠਾਇਆ। ਸ਼ਬਦ ਦੀ ਲੋ ਬਖਸ਼ਿਸ਼ ਕੀਤੀ ਹੈ ਸਾਧ ਸੰਗਤ। ਤੋ ਸਾਡਾ ਮਨੋਰਥ ਹੈ, ਜੋ ਸਾਡਾ ਜਿਹੜਾ ਕਰਮ ਹੈ, ਗੁਰੂ ਦੇ ਹੁਕਮ ਨੂੰ ਸੁਣਨਾ। ਬੜੇ ਭਾਗਾਂ ਵਾਲੇ ਹੋ ਤੁਸੀਂ। ਪਰ ਗੁਰੂ ਦੇ ਹੁਕਮ ਨੂੰ ਕਮਾਉਣਾ, ਉਹ ਕਰਮ ਕਰਨੇ ਜੋ ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ। ਉਹ ਅਮਲ ਹੋਣੇ, ਉਹ ਪ੍ਰੈਕਟੀਕਲ ਹੋਣਾ ਜੋ ਗੁਰੂ ਸਾਹਿਬ ਜੀ ਨੇ ਆਗਿਆ ਕੀਤੀ ਹੈ। ਸਤਿਗੁਰੂ ਫਰਮਾਇਆ, ਕਾਰੀ ਇਹ ਕਰੇ ਹੋ, ਗੁਰੂ ਦੁਆਰਾ ਹੋਏ ਕੈ ਸਾਹਿਬ ਸੰਮਾਲੇ ਹੋ। ਗੁਰੂ ਨੇ ਫਰਮਾਨ ਕੀਤਾ ਤੇ ਅਸੀਂ ਉਹ ਕਾਰ ਕਮਾਉਣੀ ਹੈ। ਗੁਰ ਕਹਿਆ ਸਾ ਕਾਰ ਕਮਾਵੋ। ਮਹਾਰਾਜ ਨੇ ਬੜੀ ਅੱਜ ਬਖਸ਼ਿਸ਼ ਕੀਤੀ। ਇਸ ਸੰਸਾਰ ਦੇ ਉੱਤੇ ਮਨੁੱਖ ਅੰਨਿਆਂ ਦੇ ਸਮਾਨ ਹੈ ਜੇ ਇਹਦੇ ਕੋਲ ਗਿਆਨ ਨਹੀਂ ਹੈ। ਸਾਧ ਸੰਗਤ, ਮਨੁੱਖ ਆਤਮਿਕ ਅੱਖਾਂ ਤੋਂ ਵਿਹੂਣਿਆ ਹੈ, ਸੋਝੀ ਨਹੀਂ ਹੈ, ਭਲਾ ਬੁਰਾ ਪਛਾਣਨ ਦੀ ਸਮਰੱਥਾ ਨਹੀਂ ਹੈ, ਬਿਖ ਤੇ ਜ਼ਹਿਰ ਨੂੰ ਚੀਨਣ ਦਾ, ਨਿਰਣਾ ਕਰਨ ਦਾ ਬੋਧ ਨਹੀਂ ਹੈ, ਤੇ ਉਹ ਅੰਨਾ ਹੈ ਮਨੁੱਖ। ਉਹਨੂੰ ਪਤਾ ਹੀ ਨਹੀਂ ਮੇਰੇ ਲਈ ਸਹੀ ਕੀ ਹੈ ਤੇ ਗਲਤ ਕੀ ਹੈ। ਗਿਆਨੀ ਕੌਣ ਹੈ? ਅਗਿਆਨੀ ਅੰਧਾ ਹੈ। ਗਿਆਨੀ ਕੌਣ ਹੈ? ਸਾਹਿਬ ਦਾ ਬਚਨ ਆਪ ਜੀ ਨੇ ਸੁਣਿਆ। ਬਿਹਾਗੜਾ ਰਾਗ ਦੀ ਇਹ ਪਵਿੱਤਰ ਵਾਰ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪੌੜੀਆਂ ਉਚਾਰਨ ਕੀਤੀਆਂ ਹੋਈਆਂ, ਤੇ ਪੁਰਾਣੇ ਸਮਿਆਂ ਵਿੱਚ ਵਾਰ ਦਾ ਜਿਹੜਾ ਮੂਲ ਰੂਪ ਹੁੰਦਾ ਸੀ ਉਹ ਪੌੜੀਆਂ ਹੀ ਸਨ। ਸ਼ਲੋਕ ਜਿਹੜੇ ਨਾਲ ਅੰਕਿਤ ਕੀਤੇ ਨੇ ਉਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਾਣੀ ਨੂੰ ਸੰਪਾਦਿਤ ਕਰਾਉਂਦਿਆਂ ਫਿਰ ਨਾਲ ਢੁਕਵੇਂ ਸ਼ਲੋਕ ਲਿਖਾਏ ਹੈ। ਇਹੀ ਕਾਰਨ ਹੈ ਵੀ ਜਿਹੜੇ ਸ਼ਲੋਕ ਫਿਰ ਬਚ ਗਏ ਵਾਰਾਂ ਲਿਖਣ ਦਿਆਂ, ਪੌੜੀਆਂ ਦੇ ਨਾਲ ਜਿਹੜੇ ਅੰਕਿਤ ਕੀਤੇ ਸ਼ਲੋਕ ਫਿਰ ਬਚੇ, ਤੇ ਅਸੀਂ ਸਰਲੇਖ ਪੜ੍ਹਦੇ ਹਾਂ ਸ਼ਲੋਕ ਵਾਰਾਂ ਤੇ ਵਧੀਕ।
ਵਾਰਾਂ ਤੋਂ ਵਧੇ ਹੋਏ। ਸੋ 2 ਸ਼ਲੋਕ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਆ, ਤੇ ਜੋ ਵਾਰ ਦਾ ਮੂਲ ਰੂਪ ਪੌੜੀ ਆ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੀ, ਰਾਗ ਬਿਹਾਗਣ। ਗਿਆਨੀ ਹੋਏ ਸੋ ਚੇਤਨ ਹੋਏ। ਬੜਾ ਹੀ ਪਿਆਰਾ ਸ਼ਬਦ ਹੈ ਗਿਆਨੀ, ਹਾਫਿਜ਼, ਪੰਡਤ। ਮਤਲਬ ਕਿ ਇਸ ਬੰਦੇ ਨੂੰ ਸੋਝੀ ਹੈ, ਇਸ ਬੰਦੇ ਨੂੰ ਬੋਧ ਹੈ। ਕਿਸ ਚੀਜ਼ ਦਾ ਗਿਆਨ? ਆਪਣੇ ਭਲੇ ਬੁਰੇ ਦਾ, ਜ਼ਿੰਦਗੀ ਦੇ ਅੰਦਰ ਕੀ ਵਿਖ ਹੈ, ਕੀ ਅਮਰਤ ਹੈ, ਜ਼ਿੰਦਗੀ ਦਾ ਕਿਹੜਾ ਰਾਹ ਸਹੀ ਹੈ, ਕਿਹੜਾ ਰਾਹ ਗਲਤ ਹੈ। ਜਦੋਂ ਇਹ ਨਿਰਣਾ ਕਰਨ ਦੀ ਸਮਰੱਥਾ ਆ ਗਈ, ਤੇ ਇਹਨੂੰ ਸਤਿਗੁਰੂ ਜੀ ਨੇ ਬੜਾ ਹੀ ਪਿਆਰਾ ਬਚਨ ਕਿਹਾ, ਚੇਤਨ ਕੌਣ ਹੈ, ਸੁਚੇਤ ਕੌਣ ਹੈ, ਜਾਗਰੂਕ ਕੌਣ ਹੈ। ਕਿਉਂਕਿ ਜਿਹੜਾ ਅਵੇਸਲਾ ਹੈ, ਲਾਪਰਵਾਹ ਹੈ, ਮਦਹੋਸ਼ ਹੈ, ਉਹ ਲੁੱਟਿਆ ਜਾਂਦਾ ਹੈ। ਜਿਹੜਾ ਚੇਤਨ ਹੈ, ਸੁਚੇਤ ਹੈ, ਸਤਰਕ ਹੈ ਪੂਰੀ ਤਰ੍ਹਾਂ, ਉਹ ਕਦੀ ਨਹੀਂ ਖੁੰਝਦਾ, ਉਹ ਕਦੀ ਨਹੀਂ ਭਟਕਦਾ। ਹਰ ਖੇਤਰ 'ਚ, ਜੀ ਆਪਾਂ ਸੰਸਾਰੀ ਖੇਤਰ 'ਚ ਲਾ ਲਈ, ਜਿਹੜਾ ਜਰਾ ਜਿੰਨੀ ਚੇਤਨਤਾ ਤੁਹਾਡੀ ਘਟੀ, ਤੁਸੀਂ ਸਾਰੇ ਕੱਪੜਾ ਮਾਰਕੀਟ ਵਾਲੇ ਵੀਰ ਬੈਠੇ ਹੋ ਸਕਦਾ ਲੱਖਾਂ ਦਾ ਫਰਕ ਪੈ ਜੇ। ਆਪਣੇ ਕਿੱਤੇ 'ਚ ਚੇਤਨ ਰਹਿਣਾ ਪੈਂਦਾ ਨਾ। ਇੱਕ ਅੱਖਰ, ਇੱਕ ਜ਼ੀਰੋ ਦਾ ਫਰਕ ਪੈ ਗਿਆ ਤੇ ਬਹੁਤ ਵੱਡਾ ਫਰਕ ਪੈ ਸਕਦਾ ਰਕਮ ਦਾ। ਤੇ ਬੜੇ ਸੁਚੇਤ ਹੋ ਕੇ, ਸਤਰਕ ਹੋ ਕੇ ਤੁਹਾਨੂੰ ਰਕਮ ਦਾ ਇੱਕ ਇੱਕ ਪੈਸਾ, ਇੱਕ ਇੱਕ ਪੁਆਇੰਟ ਜਿਹੜਾ ਹੈ, ਉਹਦੇ ਤੇ ਧਿਆਨ ਕੇਂਦਰਿਤ ਕਰਨਾ ਪੈਂਦਾ। ਇਸੇ ਤਰ੍ਹਾਂ ਸਾਧ ਸੰਗਤ ਆਤਮਿਕ ਤੌਰ ਤੇ ਹੈ। ਅਸੀਂ ਖੁੰਝ ਜਾਵਾਂਗੇ ਜੇ ਅਸੀਂ ਮਦਹੋਸ਼ ਹੋ ਗਏ, ਲਾਪਰਵਾਹੀ 'ਚ ਹੋ ਗਏ, ਬਾਵਰੇ ਹੋ ਗਏ, ਅਸੀਂ ਲੁੱਟੇ ਜਾਵਾਂਗੇ, ਸਾਡਾ ਨੁਕਸਾਨ ਹੋ ਜਾਏਗਾ। ਸੋ ਚੇਤਨ ਕੌਣ ਹੈ? ਜਿਹੜਾ ਗਿਆਨੀ ਹੈ। ਗਿਆਨੀ ਕੌਣ? ਜਿਹਨੂੰ ਗਿਆਨ ਮਿਲ ਗਿਆ। ਹੁਣ ਖਿਮਾ ਕਰਨਾ, ਪੰਡਤ ਸ਼ਬਦ ਬੜਾ ਕਮਾਲ ਦਾ ਸ਼ਬਦ ਹੈ ਜੀ, ਪਰ ਜਦੋਂ ਅਸੀਂ ਕਰਮ ਕਾਂਡਾਂ ਦੇ ਅੰਦਰ ਗਲਤਾਨ ਹੋਇਆ ਸਾਡਾ ਇਹ ਸਮਾਜ, ਤੇ ਪੰਡਤ ਸ਼ਬਦ ਵੀ ਜਿਹੜਾ ਸੀ ਉਹ ਇੱਦਾਂ ਜਾਪਣ ਲੱਗ ਪਿਆ ਵੀ ਕਿਸੇ ਪਖੰਡੀ ਦਾ ਨਾਂ ਹੁੰਦਾ। ਹਾਫਿਜ਼, ਗਿਆਨੀ, ਇੱਦਾਂ ਹੀ ਇਹ ਸ਼ਬਦ ਅਸੀਂ ਇਹਨਾਂ ਦੀ ਅਹਿਮੀਅਤ ਘਟਾ ਦਿੱਤੀ ਜੀ। ਜਦੋਂ ਉਹ ਸ਼ਬਦ ਕਿਸੇ ਮਾੜੇ ਕਰਨੀ ਵਾਲੇ ਬੰਦੇ ਨਾਲ ਜੁੜ ਜਾਂਦੇ ਆ ਨਾ, ਤੇ ਉੱਚੇ ਸ਼ਬਦ ਵੀ ਥੋਥੇ ਹੋ ਜਾਂਦੇ, ਨਿਖੇਧ ਜਾਪਣ ਲੱਗ ਪੈਂਦੇ। ਸ਼ਬਦ ਤੇ ਮਸੰਦ ਬੜਾ ਵਧੀਆ ਸੀ ਜੀ, ਗੁਰੂ ਦੀ ਨਿਵਾਜਿਸ਼ ਦਾ ਪ੍ਰਤੀਕ ਸੀ ਸ਼ਬਦ। ਸਤਿਗੁਰੂ ਜੀ ਜਿਨ੍ਹਾਂ ਨੂੰ ਨਿਵਾਜਦੇ ਸਨ, ਉਹਨਾਂ ਨੂੰ ਇਹ ਉਪਾਧੀ ਦਿੰਦੇ ਸਨ। ਸ਼ਬਦ ਤੇ ਮਹੰਤ ਬੜਾ ਵਧੀਆ ਸੀ ਜੀ, ਵੱਡਾ ਆਗੂ, ਮੋਹਰੀ। ਪਰ ਜਦੋਂ ਕਿਰਦਾਰ ਨੀਵੇਂ ਹੋਏ ਤੇ ਸ਼ਬਦ ਕੁਝ ਨਹੀਂ ਕਰ ਸਕਦੇ। ਖਿਆਲ ਕਰਨਾ, ਸ਼ਬਦ ਵੱਡੇ ਵੱਡੇ ਵੀ ਜੋੜ ਦਈਏ ਤੇ ਕਿੰਨੀ ਕੁ ਦੇਰ ਉਹ ਸ਼ਬਦਾਂ ਦਾ ਜਾਮਾ ਪਹਿਨਾ ਕੇ ਕਿਸੇ ਨੂੰ ਧੋਖਾ ਦੇ ਲਵਾਂਗੇ। ਮਨੁੱਖ ਉੱਚਾ ਸ਼ਬਦਾਂ ਦੇ ਵਿਸ਼ੇਸ਼ਣਾਂ ਨਾਲ ਨਹੀਂ ਹੁੰਦਾ। ਅੱਜ ਬੜਾ ਜ਼ੋਰ ਹੈ ਵੱਡੇ ਵੱਡੇ ਵਿਸ਼ੇਸ਼ਣਾਂ ਦਾ। ਮਨੁੱਖ ਦੀ ਵਡਿਆਈ ਵਿਸ਼ੇਸ਼ਣਾਂ ਨਾਲ ਨਹੀਂ ਬਣਦੀ ਸਾਧ ਸੰਗਤ ਜੀ, ਲਕਬਾਂ ਨਾਲ ਨਹੀਂ ਬਣਦੀ। ਮਨੁੱਖ ਦੀ ਵਡਿਆਈ ਉਹਦੇ ਕਿਰਦਾਰ ਨਾਲ ਬਣਦੀ ਹੈ। ਸੋ ਗਿਆਨੀ ਸ਼ਬਦ ਜਦੋਂ ਆਇਆ, ਪੰਡਤ ਸ਼ਬਦ ਜਦੋਂ ਆਇਆ, ਤੇ ਸਾਡੇ ਜ਼ਿਹਨ ਦੇ ਅੰਦਰ ਹਾਫਿਜ਼ ਸ਼ਬਦ ਜਦੋਂ ਆਇਆ, ਸਾਡੇ ਜ਼ਿਹਨ ਦੇ ਅੰਦਰ ਇੱਕ ਚਿੱਤਰ ਬਣਿਆ ਕਿ ਧਾਰਮਿਕ ਭੇਖ ਹੋਏਗਾ, ਮੱਥੇ ਤੇ ਤਿਲਕ ਹੋਏਗਾ, ਇੱਦਾਂ ਦਾ ਉਹਦਾ ਪਹਿਰਾਵਾ ਹੋਏਗਾ, ਅਸੀਂ ਕਵਾਂਗੇ ਪੰਡਤ ਹੈ। ਇੱਦਾਂ ਦਾ ਬਾਣਾ ਹੋਏਗਾ, ਇੱਦਾਂ ਦੀ ਟੋਪੀ ਹੋਏਗੀ, ਹੱਥ ਵਿੱਚ ਤਸਬੀਹ ਹੋਏਗੀ, ਅਸੀਂ ਕਵਾਂਗੇ ਆਲਮ ਫਾਜ਼ਲ ਹੈ, ਹਾਫਿਜ਼ ਹੈ। ਹਾਫਿਜ਼ ਕਹਿੰਦੇ ਸੀ ਜਿਹਨੂੰ ਕੁਰਾਨ ਯਾਦ ਹੁੰਦਾ ਸੀ, ਬੜਾ ਵਿਦਵਾਨ। ਇੱਦਾਂ ਹੀ ਅਸੀਂ ਇੱਕ ਚਿੱਤਰ ਬਣਾਇਆ। ਠੀਕ ਹੈ, ਯੂਨੀਫਾਰਮ ਕੋਡ ਤੇ ਹੈਗਾ, ਪਰ ਸਾਧ ਸੰਗਤ ਯੂਨੀਫਾਰਮ ਹੀ ਸਭ ਕੁਝ ਨਹੀਂ ਹੈ। ਸਭ ਕੁਝ ਨਹੀਂ ਹੈ। ਯੂਨੀਫਾਰਮ ਪਹਿਚਾਨ ਜ਼ਰੂਰ ਹੈ। ਆਪਾਂ ਵੇਖਦੇ ਹਾਂ ਵੀ ਇਹ ਪੁਲਿਸ ਵਾਲਾ ਹੈ, ਇਹ ਡਾਕਟਰ ਹੈ, ਇਹ ਵਕੀਲ ਹੈ, ਪਰ ਜੇ ਉਹ ਯੂਨੀਫਾਰਮ ਕਿਸੇ ਸਧਾਰਨ ਬੰਦੇ ਦੇ ਪਹਿਨਾ ਦਿੱਤੀ ਜਾਵੇ, ਖੇਤਾਂ 'ਚ ਮਨੁੱਖ ਆਇਆ, ਵਕੀਲ ਵਾਲਾ ਉਹਦੇ ਪਹਿਰਾਵਾ ਪਹਿਨਾ ਦਿਓ, ਕਾਲਾ ਕੋਟ, ਧੋਖਾ ਤੇ ਭਾਵੇਂ ਹੋ ਜੇ ਭੇਖ ਵੇਖ ਕੇ, ਪਰ ਹਕੀਕਤ ਵਿੱਚ ਤੇ ਪੱਲੇ ਕੁਛ ਨਹੀਂ ਨਾ। ਪਹਿਚਾਣ ਜ਼ਰੂਰ ਹੈ, ਪਰ ਅਸਲ 'ਚ ਕੰਮ ਕੀ ਆਉਣਾ? ਗੁਣ।
ਇਸੇ ਤਰ੍ਹਾਂ ਅਸੀਂ ਪਹਿਚਾਨ ਕੱਪੜਿਆਂ ਦੀ ਬਣਾ ਲਈ, ਗੁਣ ਵੇਖਿਆ ਹੀ ਨਹੀਂ ਸਾਧ ਸੰਗਤ। ਮਨੁੱਖ ਮਜ਼ਦੂਰੀ ਕਰਦਾ ਆਇਆ, ਖੇਤਾਂ 'ਚੋਂ ਆਇਆ, ਉਹਦੇ ਚਿੱਟਾ ਕੋਟ ਪਾ ਦਿੱਤਾ, ਆਪਰੇਸ਼ਨ ਕਰ ਲੂਗਾ ਤਾਂ ਅਸੀਂ ਕਹੀਏ ਵੀ ਇਹ ਡਾਕਟਰ ਸਾਹਿਬ, ਵੇਖਣ ਵਾਲਾ ਵੀ ਕਹੇਗਾ, ਵੇਖਣ ਵਾਲਾ ਵੀ ਧੋਖਾ ਖਾ ਜਾਏਗਾ। ਸੋ ਇੱਦਾਂ ਹੀ ਅਸੀਂ ਕੱਪੜੇ ਵੇਖ ਕੇ ਕਿਹਾ ਇਹ ਪੰਡਤ ਹੈ, ਇਹ ਹਾਫਜ਼ ਹੈ, ਇਹ ਗਿਆਨੀ ਹੈ, ਇਹਨੇ ਕੁੜਤਾ ਪਜਾਮਾ ਪਾਇਆ, ਇਹਨੇ ਇੱਦਾਂ ਦਾ ਰੂਪ ਬਣਾਇਆ, ਪੱਗ ਬੰਨੀ ਹੈ ਨੀਲੇ ਰੰਗ ਦੀ, ਆਓ ਗਿਆਨੀ ਜੀ। ਤੇ ਅਸੀਂ ਬਾਕੀਆਂ ਨਾਲੋਂ ਥੋੜ੍ਹੀ ਜਿਹੀ ਜ਼ਿਆਦਾ ਤਰੱਕੀ ਕਰ ਗਏ ਜੀ। ਵੀ ਜੇ ਤੇ ਪੱਗ ਸਿੱਧੀ ਬੰਨੀ ਹੈ ਤੇ ਕੁੜਤਾ ਸਿੰਪਲ ਹੈ ਫਿਰ ਤੇ ਉਹ ਗਿਆਨੀ, ਤੇ ਜੇ ਪੱਗ ਦਾ ਸਟਾਈਲ ਬਦਲ ਗਿਆ ਤੇ ਕੁੜਤੇ ਦਾ ਪਜਾਮਾ ਉਤਰ ਗਿਆ ਤੇ ਫਿਰ ਉਹ ਬ੍ਰਹਮ ਗਿਆਨੀ। ਨਹੀਂ, ਗੁਰੂ ਸਾਹਿਬ ਕਹਿੰਦੇ ਨੇ ਇੱਦਾਂ ਨਹੀਂ ਬਣਦਾ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਗੱਲ ਤੇਰੇ ਕੱਪੜਿਆਂ ਦੀ ਨਹੀਂ ਹੈ, ਗੱਲ ਤੇਰੇ ਕਮਾਉਣ ਦੀ ਹੈ। ਤੇ ਤੇਰੀ ਕਮਾਈ ਵੇਖ ਕੇ ਕਿਹਾ ਇਹ ਤੇ ਅੰਨਾ ਹੈ, ਅਸੀਂ ਗਿਆਨੀ ਸਮਝੀ ਬੈਠੇ ਸੀ। ਬਾਣੀ ਅੰਦਰ ਨਾ ਕੁਝ ਸ਼ਬਦ ਬੜੇ ਪਿਆਰੇ ਜਿਹੇ ਨੇ। ਗਿਆਨ ਹੈ ਕੀ ਹੈ, ਕਰਦਾ ਕੀ ਹੈ ਗਿਆਨ? ਗਿਆਨ ਕੱਪੜੇ ਹੀ ਨਹੀਂ ਬਦਲਦਾ ਸਾਧ ਸੰਗਤ ਜੀ, ਗਿਆਨ ਜੀਵਨ ਬਦਲਦਾ। ਇੱਕ ਪੰਕਤੀ ਆਪਾਂ ਪੜ੍ਹਦੇ ਹਾਂ, ਦੇਖੋ ਭਾਈ ਗਿਆਨ ਕੀ ਆਈ ਆਂਧੀ। ਹੁਣ ਫਰਕ ਕੀ ਹੈ ਜੀ? ਗਿਆਨ ਦੀ ਆਂਧੀ ਦਿਸਣੀ ਸੀ ਬਾਹਰ, ਜਦੋਂ ਭਰਮ ਦੂਰ ਹੋਣਾ ਸੀ, ਅਗਿਆਨਤਾ ਦੂਰ ਹੋਣੀ ਸੀ, ਤੇ ਅਸੀਂ ਵੇਖਣਾ ਸੀ ਵੀ ਇਹ ਬੰਦੇ ਦਾ ਕਰਮ ਬਾਕੀ ਨਾਲੋਂ ਵੱਖਰਾ ਹੈ। ਇਹਦੇ ਜੀਵਨ ਦਾ ਸਟਾਈਲ, ਇਹਦੇ ਆਹਾਰ ਦਾ, ਇਹਦੇ ਵਿਚਾਰ ਦਾ, ਇਹਦੇ ਵਿਵਹਾਰ ਦਾ, ਇਹਦੇ ਕਿਰਦਾਰ ਦਾ ਬੜਾ ਵੱਖਰਾ ਮੈਂ ਬਾਕੀਆਂ ਨਾਲੋਂ। ਤੇ ਸਮਝ ਆ ਗਈ ਵੀ ਇੱਥੇ ਗਿਆਨ ਦੀ ਆਂਧੀ ਆਈ ਹੋਈ ਹੈ। ਹੁਣ ਉਹ ਗਿਆਨ ਦੀ ਆਂਧੀ ਬਾਹਰ ਨਹੀਂ ਦਿਸ ਰਹੀ, ਅੰਦਰੋਂ ਤੇ ਜ਼ਰੂਰ ਦਿਸ ਰਹੀ ਹੈ ਵੀ ਹੰਕਾਰ ਦੀ ਆਂਧੀ ਆਈ ਹੈ, ਗਿਆਨ ਦੀ ਆਂਧੀ ਆਈ। ਚਾਰ ਬੰਦਿਆਂ ਨੇ ਭਾਈ ਸਾਹਿਬ ਤੋਂ ਗਿਆਨੀ ਜੀ ਕਹਿਣਾ ਸ਼ੁਰੂ ਕਰ ਦਿੱਤਾ, ਗਿਆਨੀ ਜੀ ਤੋਂ ਤਰੱਕੀ ਕਰਕੇ ਹੋਰ ਉੱਚਾ ਚਲਿਆ ਗਿਆ। ਤੁਹਾਨੂੰ ਪਤਾ ਜਿਹੜੇ ਲਕਬ ਅੱਜ ਕੱਲ੍ਹ ਲਾਏ ਜਾਂਦੇ ਆ। ਹੰਕਾਰ ਦੀ ਆਂਧੀ ਤੇ ਜ਼ਰੂਰ ਆ ਗਈ, ਗਿਆਨ ਦੀ ਆਂਧੀ ਆਈ ਨਹੀਂ। ਗਿਆਨ ਦੀ ਆਂਧੀ ਨੇ ਕੀ ਕਰਨਾ ਸੀ? ਭਰਮ ਕੀ ਟਾਟੀ ਸਭੈ ਉਡਾਨੀ, ਭਰਮ ਕੀ ਟਾਟੀ। ਛੱਪਰ ਪਾਉਣ ਵਾਸਤੇ ਸਭ ਤੋਂ ਹਲਕਾ ਜਿਹੜਾ ਘਾਹ ਸੁੱਟਿਆ ਜਾਂਦਾ ਸੀ ਨਾ ਜੀ, ਉਹਨੂੰ ਟਾਟੀ ਕਿਹਾ ਜਾਂਦਾ ਸੀ। ਤੇ ਉਹ ਜਿਹੜਾ ਪਰਦਾ ਸੀ ਬਣਿਆ ਹੋਇਆ, ਜਿਹੜਾ ਮੈਨੂੰ ਗਿਆਨ ਸੂਰਜ ਦੀ ਰੋਸ਼ਨੀ ਤੱਕ ਜਿਵੇਂ ਆ ਪਰਦਾ ਲੱਗਿਆ, ਇਹ ਸੂਰਜ ਚੜ੍ਹਿਆ ਪਰ ਸੂਰਜ ਦੀ ਰੋਸ਼ਨੀ ਤੱਕ ਨਹੀਂ ਪਹੁੰਚਣ ਦਿੰਦਾ। ਤੇ ਕਹਿੰਦੇ ਗਿਆਨ ਦੀ ਹਨੇਰੀ ਆਈ ਤੇ ਉਹ ਮੇਰਾ ਪਰਦਾ ਜਿਹੜਾ ਸੀ ਨਾ, ਭਰਮ ਕੀ ਟਾਟੀ, ਉੱਡ ਗਿਆ। ਸਭੈ ਉਡਾਨੀ ਭਰਮ ਕੀ ਟਾਟੀ, ਰਹਿ ਨਾ ਮਾਇਆ ਬਾਂਧੀ। ਛੁੱਟ ਗਿਆ ਜੀ ਉਹ, ਜਿਹੜੇ ਉਹਦੇ ਬੰਧਨ ਸੀ ਮਾਇਆ ਵਾਲੇ, ਉਹ ਛੁੱਟ ਗਏ। ਗਿਆਨ ਅੰਜਨ ਗੁਰ ਦੀਆ, ਗਿਆਨੀ ਹੋਏ ਸੋ ਚੇਤਨ ਹੋਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਸ਼ੀਸ਼ੇ ਦੇ ਅੰਦਰ ਅਸੀਂ ਵੇਖਣਾ ਵੀ ਅਸੀਂ ਗਿਆਨੀ ਹਾਂ ਕਿ ਅਗਿਆਨੀ ਹਾਂ। ਲੋਕੀ ਸਿਰਫ ਕੱਪੜੇ ਵੇਖ ਰਹੇ ਨੇ, ਲੋਕੀ ਸਿਰਫ ਪਹਿਰਾਵਾ ਵੇਖ ਰਹੇ ਆ, ਲੋਕਾਂ ਨੂੰ ਨਹੀਂ ਪਤਾ। ਉਹ ਤੇ ਕੁੜਤਿਆਂ ਦਾ ਸਾਈਜ਼ ਵੇਖਦੇ ਆ, ਜੇ ਉੱਚਾ ਆ ਤੇ ਫਿਰ ਛੋਟਾ ਗਿਆਨੀ ਹੈ, ਤੇ ਜੇ ਬਹੁਤਾ ਨੀਵਾਂ ਤੇ ਫਿਰ ਮਹਾ ਗਿਆਨੀ, ਬ੍ਰਹਮ ਗਿਆਨੀ। ਪਰ ਗੁਰੂ ਸਾਹਿਬ ਜੀ ਕੀ ਵੇਖਦੇ ਨੇ? ਸਾਡੀ ਅੰਤਰਾਤਮਾ ਜੀਵਨ ਵੀ ਅੰਦਰ ਸੋਝੀ ਕਿੰਨੀ ਕੁ। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਫਿਰ ਇੱਕ ਹੋਰ ਬੜੀ ਕਮਾਲ ਦੀ ਗੱਲ ਸਾਧ ਸੰਗਤ ਸਾਡੇ ਸ਼ਬਦ ਨਾਲ ਜੁੜੀ ਹੋਈ ਆ। ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ ਰਹਿਮਤਾਂ ਪਾਉਂਦੇ ਹੋ, ਬਖਸ਼ਿਸ਼ ਕਰਨ ਮਹਾਰਾਜ ਤੁਹਾਡੇ ਤੇ। ਸਾਹਿਬ ਕਹਿੰਦੇ ਵੀ ਜਿਸ ਬੰਦੇ ਦਾ ਜ਼ਿੰਦਗੀ ਅੰਦਰ ਭੈ ਹੀ ਨਹੀਂ ਮੁੱਕਿਆ, ਔਰ ਸਾਰੇ ਭੈ ਤੋਂ ਵੱਡਾ ਭੈ ਮੌਤ ਦਾ ਭੈ, ਕੁਝ ਖੁੱਸ ਜਾਣ ਦਾ ਭੈ, ਵਸਤੂਆਂ, ਪਦਾਰਥ, ਸ਼ੋਹਰਤ, ਤੇ ਆਖਰ ਤੇ ਜਾ ਕੇ ਜ਼ਿੰਦਗੀ ਖੁੱਸ ਜਾਣ ਦਾ ਸਭ ਤੋਂ ਵੱਡਾ ਡਰ ਹੁੰਦਾ, ਮੇਰੇ ਕੋਲੋਂ ਕੁਝ ਖੁੱਸ ਨਾ ਜਾਏ, ਪੈਸਾ ਨਾ ਖੁੱਸ ਜਾਏ, ਪਦਵੀ ਨਾ ਖੁੱਸ ਜਾਏ, ਸ਼ੋਹਰਤ ਨਾ ਖੁੱਸ ਜਾਏ, ਨੌਕਰੀ ਨਾ ਖੁੱਸ ਜਾਏ, ਬੜਾ ਕੁਛ ਹੁੰਦਾ। ਤੇ ਲਾਸਟ ਤੇ ਕੀ ਹੁੰਦਾ? ਜ਼ਿੰਦਗੀ ਨਾ ਖੁੱਸ ਜਾਏ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਗਿਆਨੀ ਦੀ ਇਹ ਪਹਿਚਾਨ ਹੁੰਦੀ ਹੈ ਕਿ ਉਹਦੇ ਅੰਦਰੋਂ ਖੁੱਸ ਜਾਣ ਦਾ ਭੈ ਮੁੱਕ ਜਾਂਦਾ ਹੈ, ਗਿਆਨ ਹੋ ਗਿਆ।
कि की खुसना है, कुछ भी नहीं। भै काहू को देत न, नह भै मान त्यान, कहो नानक सुन रे मना, ज्ञानी ताहे बखान। ना वो डरदा ते ना ही वो लोगों को डराउंदा। हुण हुंदा की है साध संगत जी, जिहड़ा आप भरम च पिया होया वो लोगों को भी डराउंदा। वीरवार आ हो जूगा, सानू सियाणे ने दस्सिया सी। सियाणा मतलब ज्ञानी, शब्द पंडित वरत लो, हाफिज वरत लो, ज्ञानी वरत लो। आ नहीं करना सानू सियाणे ने दस्सिया सी, मतलब सोझी वाले ने। हुण वो सियाणा कौन है? जिहड़ा आप डरिया होया, तुहानू भरम च पा रहा, तुहानू भी डरा रहा। तो सतगुरु जी कहंदे भी सियाणा वो हुंदा जिहड़ा ना आप डरदा ना किसी नूं डराउंदा। मैं तो भाई साहब जी मुंदी काले नग वाली तां पाई है, मैनू पंडित ने दस्सिया सी, सियाणे ने दस्सिया सी। मैं तो ये धागा तां बन्निया काले रंग का, लाल रंग का, गले च पाया, गुट ते बन्निया। तो हुण सुख ना साडियां धीआं गिट्टियां नूं भी बन्नी फिरदियां, बहुत सारियां वेखियां। सियाणे ने, पंडित ने, ज्ञानी ने, साडे ते बाबा जी ने। और हैरानी वाली गल है, अद्धे तो मैनूं वो मिलदे जदों पुछदे जी असीं ते सुखमनी साहिब का पाठ कराया सी तां भाई साहब बाबा जी ने बन्निया सी। सुखमनी साहिब का पाठ ते बंधन तोड़न वास्ते सी। किन्नी तरक्की कर गए असीं जी। ਜਿਹੜੇ ਤਾਗਿਆਂ ਤੋਂ ਗੁਰੂ ਨਾਨਕ ਪਹਿਲੇ ਦਿਨ ਛਡਾ ਰਹੇ ਸੀ ਤੇ ਅਸੀਂ ਪਾਠ ਕਰਕੇ, ਸਾਡੇ ਬਾਬਾ ਜੀ ਤੇ ਬੰਨ੍ਹਦੇ ਹੁੰਦੇ ਆ ਜੀ, ਉਹ ਤੇ ਲਾਲ ਰੰਗ ਦੀ ਮੌਲੀ ਬੰਨ੍ਹਦੇ ਆ। ਗਿਆਨ ਵਾਲੇ ਪਾਸੇ ਵਧੇ ਕਿ ਹਨੇਰੇ ਵਾਲੇ ਪਾਸੇ ਵਧੇ? ਜੇ ਗਿਆਨ ਹੁੰਦਾ ਤੇ ਚੇਤਨ ਹੋਣਾ ਸੀ, ਪੂਰੀ ਤਰ੍ਹਾਂ ਚੇਤਨ। ਹੁਣ ਇਹਦਾ ਮਤਲਬ ਅੰਨੇ ਤੁਰੇ ਜਾ ਰਹੇ ਆ, ਅੰਨੇ। ਅੱਖਾਂ ਹਨ ਪੇਖਤ ਚਾਖਤ, ਕਹੀਅਤ ਅੰਧਾ, ਸੁਣੀਅਤ ਸੁਣੀਆ ਨਹੀਂ। ਅੱਖਾਂ ਹੁੰਦਿਆਂ ਵੀ ਅੰਨਾ। ਕਿਹੜੇ ਯੁੱਗ 'ਚ ਤੁਰਿਆ ਫਿਰ ਰਿਹਾ ਸਾਧ ਸੰਗਤ? ਅੱਜ ਵੀ ਕਹਿ ਰਿਹਾ ਵੀ ਵਿਸ਼ਕਰਮਾ ਦੀ ਧੀ ਸੂਰਜ ਨੂੰ ਵਿਆਹੀ ਸੀ, ਅਜੇ ਵੀ 21ਵੀਂ ਸਦੀ 'ਚ। ਇਹਨਾਂ ਬੱਚਿਆਂ ਨੂੰ ਅਸੀਂ ਇਹੀ ਪਰੋਸਨੇ, ਇਸ ਵਾਸਤੇ ਅਸੀਂ ਜੀ ਅੱਜ ਅਸੀਂ ਕੰਮ ਨਹੀਂ ਕਰਨਾ, ਅੱਜ ਫਲਾਣੇ ਦੇਵਤੇ ਦੀ ਪੂਜਾ ਹੈ। ਸਿੱਖ श्री गुरु ग्रंथ साहिब नूं मत्था टेकण वाले ते कईयां ने तो गुरुद्वारे च आके पूजा की। ज्ञानी होए सो चेतन होए। वो चेतनता कित्थे है साध संगत, जिहड़ी गुरु नानक दे ज्ञान नाल आ रही सी? जोगियां कोल जाके, काजियां कोल जाके, मौलानियां कोल जाके, पांडियां कोल जाके, रिस्क लैके, हाई रिस्क लैके, उन्हां दे घर जाके फिर गुरु नानक साहब जी चेतनता वंड रहे हैं। तो असीं गुरु नानक साहब की चेतनता के वारस। साध संगत, मैं एक दिन एक समागम ते सी, उन्होंने स्टेज के अगे लिख के लाया होया सी कि बोलन वालियां नूं बेनती है, प्रबंधकां की सिफत नहीं करनी, सच ते पहरा देना। बड़ी वधिया गल लगी मैनूं, पहली बारी वेख्या। तो मैं क्या चलो जी आप सच अपने तो शुरू करते हैं। पहला ये सच लोगों सामने लियाइए भी असीं अमृत वेले किन्ने बजे उठे सी, असीं नितनेम कर लिया सवेरे उठ के। मैं पहला अपने तो शुरू करा, फिर तुसी दसो जी किन्ने मैंबर हो? कहंदे जी इन्ने का। मैं कहा जी सारे नितनेमी हो, अमृतधारी हो? कहंदे नहीं। हुण सच की तोप का मूँह जे दूजियां वल है तो फिर बुलारा सच का पहरेदार है। तो जे अपने वाल तो करना ही नहीं, प्रबंधकों वाल कर लिया तो फिर अगला प्रोग्राम नहीं मिलना। वो चेतनता जिहड़ी लैके तुरना सी, असीं दूजियां नूं वंड रहे। आपां परवाना जी ने लिखी अपनी पुस्तक दे विच, मानयोग ज्ञानी जसवंत सिंह जी परवाना जी, भी वो अन्ना सी ना जी, लालटैन लैके ते रात दी अद्धी रात हुई, अन्ना सफ़र करन लई दूजे पिंड जाना सी ते तुरिया। तो देखने वाले ने कहा भी सवेरे चले जी, कहता सवेरे किहड़ा दिसना मैनू, भी मेरे वास्ते अद्धी रात भी उदां दी है तो दिन भी उदां दा। तो कहते फिर लालटैन क्यों लै ली है? कहता दूजे नूं दिसचेगा भी लो आउंदी है अगों, अपने लिए नहीं लई, दूजे लिए लई है। तो उन्होंने कहानी लिखी बड़ी सोहनी, कहते रब की करनी दूजे पिंडों भी एक ब्लाइंड तुर पिया। तो उन्हें भी इसे सोचना लालटैन फड़ ली कि मैनू नहीं दिसता, दूजे नूं दिसचेगा।
ਤੇ ਦੋਨੋਂ ਰਸਤੇ 'ਚ ਟਕਰਾ ਗਏ। ਤੇ ਪਹਿਲੀ ਜਿਹੜੀ ਜ਼ਬਾਨ ਤੋਂ ਗੱਲ ਨਿਕਲੀ, ਸ਼ਬਦ ਨਿਕਲਿਆ, ਅੰਨਾ ਦਿਸਦਾ ਨਹੀਂ। ਮਿੰਟ ਕੁ ਬਾਅਦ ਨਿਰਣਾ ਹੋ ਗਿਆ ਵੀ ਦੋਨੋਂ ਅੰਨੇ ਸੀ। ਲਾਲਟੈਨ ਤੇ ਹੈਗੀ ਸੀ ਪਰ ਦੂਜਿਆਂ ਵਾਸਤੇ ਫੜੀ ਸੀ। ਫਿਰ ਕੀ ਹੈ? ਟਕਰਾਅ। ਲਾਲਟੈਨ ਤੇ ਹੈਗੀ ਹੈ, ਗਿਆਨੀ ਹੋਏ ਸੋ ਚੇਤਨ ਹੋਏ। ਰੋਸ਼ਨੀ ਤੇ ਹੈਗੀ ਹੈ ਪਰ ਸੱਚ ਦੀ ਤੋਪ ਦਾ ਮੂੰਹ ਜੇ ਦੂਜਿਆਂ ਵੱਲ ਹੈ, ਤੇ ਮੇਰੇ ਵਰਗਾ ਬੁਲਾਰਾ ਵੀ ਕਹਿੰਦਾ ਭਾਈ ਸਾਹਿਬ ਜੀ ਗਿੱਟੇ ਲੱਗੇ ਗੋਡੇ ਲੱਗੇ, ਮੈਂ ਤੇ ਸੱਚ ਬੋਲਦਾ। ਕਿਆ ਬਾਤ ਹੈ ਜੀ। ਹੰਕਾਰ ਨੂੰ ਕਿੰਨੇ ਸੋਹਣੇ ਸ਼ਬਦਾਂ 'ਚ ਲਪੇਟਿਆ। ਆਪਣੇ ਬਾਰੇ ਵੀ ਬੋਲਦਾ ਕਿ ਦੂਜਿਆਂ ਬਾਰੇ ਵੀ ਬੋਲਦਾ? ਤੇਰੇ ਘਰ ਭਰਮ ਮਿਟ ਗਏ ਨੇ, ਤੇਰੇ ਘਰ ਗੁਰਮਤ ਲਾਗੂ ਹੋ ਗਈ ਹੈ ਕਿ ਧੀ ਪੁੱਤ ਦਾ ਵਿਆਹ ਕਰਨ ਲੱਗਿਆਂ ਬੇਬੇ ਬਾਪੂ ਦੇ ਚਲਾਣੇ ਉੱਤੇ ਤੂੰ ਵੀ ਲੋਕਾਂ ਦੀ ਸ਼ਰਮ ਮਾਰ ਰਹੀ ਹੈ ਜੀ, ਕੀ ਕਰਾਂਗੇ ਜੀ, ਲੋਕਾਂ ਵਾਸਤੇ ਕਰਨਾ ਪੈਂਦਾ। ਬੜੀ ਵਾਰੀ ਇੱਦਾਂ ਹੀ ਹੁੰਦਾ ਸਾਧ ਸੰਗਤ ਕਿ ਕੱਪੜਿਆਂ ਕਰਕੇ ਗਿਆਨੀ ਬਣੇ ਆ, ਕੱਪੜਿਆਂ ਕਰਕੇ ਪੰਡਤ ਬਣੇ ਆ, ਹਾਫਿਜ਼ ਬਣੇ ਆ। ਗਿਆਨੀ ਹੋਏ ਸੋ ਚੇਤਨ ਹੋਏ। ਉਹ ਚੇਤਨਤਾ ਨਹੀਂ ਦਿਸ ਰਹੀ, ਉਹ ਹਨੇਰੀ ਨਹੀਂ ਆਈ। ਗਿਆਨ ਕੀ ਆਈ ਆਂधी, ਹੰਕਾਰ ਦੀ ਆਂधी ਜ਼ਰੂਰ ਆਈ ਹੈ। ਜਿੰਨੇ ਚਾਰ ਅੱਖਰ ਜਾਣੇ ਉਨਾ ਹੀ ਜ਼ਿਆਦਾ ਹੰਕਾਰ। ਪੜ੍ਹ ਜ਼ਰੂਰ, ਪੜ੍ਹਨ ਦਾ ਵਿਰੋਧ ਨਹੀਂ, ਪਰ ਪੜ੍ਹਾਈ ਦਾ ਅਸਰ ਕਿੱਥੋਂ ਸ਼ੁਰੂ ਹੋਵੇ? ਪ੍ਰਥਮੈ ਮਨ ਪ੍ਰਬੋਧੈ ਆਪਣਾ, ਪਾਛਾ ਵਰ ਰਜਾਵੈ। ਮਨ ਸਮਝਾਵਣ ਕਾਰਨੈ ਕਛੁਕ ਪੜੀਐ ਗਿਆਨ। ਗਿਆਨ ਕੰਮ ਆਏਗਾ ਜ਼ਰੂਰ, ਗਿਆਨ ਨਹੀਂ ਮਾੜਾ, ਪੜ੍ਹਨਾ ਗਿਆਨ ਜ਼ਰੂਰ ਪੜ੍ਹ, ਜਿੱਥੋਂ ਮਿਲਦਾ ਪੁਸਤਕਾਂ ਤੋਂ ਪੜ੍ਹ, ਸਾਹਿਤ ਪੜ੍ਹ, ਗ੍ਰੰਥ ਪੜ੍ਹ, ਬਾਣੀ ਪੜ੍ਹ। ਪਰ ਲੈਕਚਰ ਦੇਣ ਵਾਸਤੇ ਨਾ ਇਕੱਲਾ ਪੜ੍ਹੀ, ਸਾਡੇ ਵਾਸਤੇ ਜ਼ਿਆਦਾ ਜ਼ਰੂਰੀ ਹੈ। ਅਸੀਂ ਜਿਹੜੇ ਬੋਲਣ ਵਾਲੇ ਹਾਂ, ਪਹਿਲਾਂ ਕਿੱਥੋਂ ਸ਼ੁਰੂ ਕਰ? ਮਨ ਸਮਝਾਵਣ ਕਰ। ਤੇ ਇੱਥੇ ਤੇ ਮੇਰੇ ਵਰਗਾ ਬੋਲਣ ਵਾਲਾ ਆਪ ਡਰ ਰਿਹਾ ਹੁੰਦਾ ਵੀ ਮੈਨੂੰ ਪਤਾ ਨਹੀਂ ਪ੍ਰਬੰਧਕ ਕਿਤੇ ਕੱਢ ਹੀ ਨਾ ਦੇਣ, ਨੌਕਰੀ ਤੋਂ ਬਦਲ ਹੀ ਨਾ ਦੇਣ। ਉਹ ਕਹਿੰਦੇ ਭੈ ਕਾਹੂ ਕੋ ਦੇਤ ਨੇ, ਨਹਿ ਭੈ ਮਾਨ ਧਿਆਨ। ਫਿਰ ਗੁਰੂ ਦੇ ਤਰਾਜੂ ਦੇ ਉੱਤੇ ਅਸੀਂ ਗਿਆਨੀ ਨਹੀਂ ਬਣੇ, ਖਰੇ ਨਹੀਂ ਉਤਰ ਰਹੇ ਸਾਧ ਸੰਗਤ। ਤੇ ਸਿਰਫ ਚਿੱਟਾ ਕੁੜਤਾ ਪਜਾਮਾ ਤੇ ਨੀਲੀ ਪੱਗ ਵਾਲਾ ਗਿਆਨੀ ਨਹੀਂ, ਹਰ ਸਿੱਖ ਨੇ ਗਿਆਨੀ ਬਣਨਾ, ਹਰ ਮਨੁੱਖ ਨੇ ਗਿਆਨੀ ਹੋਣਾ। ਜਦੋਂ ਅਸੀਂ ਸਿਰਫ ਕੱਪੜਿਆਂ ਨੂੰ ਗਿਆਨੀ ਕਿਹਾ ਨਾ ਜੀ, ਉਦੋਂ ਮੈਨੂੰ ਬਾਣੀ ਦੀ ਇੱਕ ਪੰਕਤੀ ਚੇਤੇ ਆਉਂਦੀ ਹੈ ਵੀ ਸਭ ਤੋਂ ਵੱਡਾ ਗਿਆਨੀ ਕੌਣ ਹੈ? ਤੇ ਮਹਾਰਾਜ ਕਹਿੰਦੇ ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ। ਸੁਣਿਓ ਜੀ, ਜਿਹੜਾ ਗਿਆਨੀ ਹੈ, ਬ੍ਰਹਮ ਗਿਆਨੀ ਹੈ, ਉਹ ਸਤਿਗੁਰੂ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਤੇ ਸ੍ਰਿਸ਼ਟੀ ਦਾ ਕਰਤਾ ਕੌਣ ਹੈ? ਇੱਕ ਤੇ ਉਹ ਹੋ ਸਕਦਾ ਨਾ ਜਿਹਦੀ ਆਪਣੀ ਇੰਨੀ ਕੁ ਵਲਗਣ 10 20 50 ਕਿੱਲਿਆਂ ਦੀ ਵੱਡੀ, ਕਿਸੇ ਦੀ 100 ਕਿੱਲੇ ਦੀ ਵੱਡੀ ਵਲਗਣ, ਜਿੱਡੀ ਵਲਗਣ ਵੱਡੀ ਓਡਾ ਵੱਡਾ ਗਿਆਨੀ। ਤੇ ਜਿਹਦੀ ਸਾਰੀ ਸ੍ਰਿਸ਼ਟੀ ਦਾ ਕਰਤਾ ਜਿਹੜਾ, ਉਹਨੂੰ ਕਿਹਾ ਮਹਾਰਾਜ ਨੇ ਬ੍ਰਹਮ ਗਿਆਨੀ। ਜਿਹਦੀ ਮੈਂ ਵਲਗਣਾ ਹੀ ਕੋਈ ਨਹੀਂ। ਅੱਜ ਦੇ ਗਿਆਨੀ ਦੀ ਇੱਕ ਕੈਦ ਹੈ, ਇੱਕ ਸੀਮਾ ਹੈ, ਇੱਕ ਦਾਇਰਾ ਹੈ, ਤੇ ਉਸ ਦਾਇਰੇ ਦੇ ਅੰਦਰ ਅੰਦਰ ਦਾ ਉਹ ਗਿਆਨੀ ਹੈ। ਹਰ ਬੰਦਾ ਆਪੋ ਆਪਣੇ ਗਿਆਨੀ ਹੋਣ ਦਾ ਇੱਕ ਦਾਇਰਾ ਬਣਾ ਕੇ ਬੈਠਾ, ਇੱਕ ਦੁਨੀਆ ਉਸਾਰ ਕੇ ਬੈਠਾ। ਤੇ ਜਿਸ ਗਿਆਨੀ ਦੀ ਗੱਲ ਸਤਿਗੁਰੂ ਜੀ ਪਹਿਚਾਣ ਕਰਵਾ ਰਹੇ ਹੋ, ਤੇ ਉਹਦਾ ਤੇ ਦਾਇਰਾ ਹੀ ਕੋਈ ਨਹੀਂ, ਸਾਰੀ ਸ੍ਰਿਸ਼ਟੀ ਹੀ ਉਹਦੀ ਆਪਣੀ ਹੈ, ਉਹ ਸ੍ਰਿਸ਼ਟ ਕਾ ਕਰਤਾ ਹੈ। ਤੇ ਅਸੀਂ ਪਹਿਚਾਨਣ 'ਚ ਭੁਲੇਖਾ ਖਾ ਗਏ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਤ ਮਿਲਿਆ ਵੈਰੀ ਮਿੱਤਰ ਸਭ ਸਮ ਦ੍ਰਿਸ਼ਟ ਦਿਖਾਈ। ਸਮ ਦ੍ਰਿਸ਼ਟ ਗਿਆਨੀ ਹੋਣ ਦਾ ਸਭ ਤੋਂ ਵੱਡਾ ਪੈਮਾਨਾ। ਗੁਰੂ ਸਾਹਿਬ ਇੱਕ ਬ੍ਰਿਕਸ਼ ਦੀ ਤਰ੍ਹਾਂ ਨੇ। ਜਿਵੇਂ ਬ੍ਰਿਕਸ਼ ਸਭ ਨੂੰ ਇੱਕ ਸਮਾਨ ਛਾਂ ਦੇ ਰਿਹਾ, ਇੱਕ ਸਮਾਨ ਫਲ ਦੇ ਰਿਹਾ, ਇੱਕ ਸਮਾਨ ਹਵਾ ਦੇ ਰਿਹਾ, ਆਕਸੀਜਨ ਦੇ ਰਿਹਾ, ਸਭ ਸਮ ਦ੍ਰਿਸ਼ਟ। ਹੁਣ ਜੇ ਬਣੇਗਾ ਗੁਰੂ ਵਰਗਾ ਤੇ ਸਮਝ ਲੈ ਤੂੰ ਗਿਆਨੀ ਹਾਂ। ਬਹੁਤ ਪਿਆਰਾ ਬਚਨ ਹੈ, ਸਾਡੀ ਜ਼ਿੰਦਗੀ ਨਾਲ ਜੁੜਿਆ ਹੋਇਆ। ਮਹਾਰਾਜ ਕੋਲੋਂ ਸੋਝੀ ਮੰਗੀਏ ਸਾਧ ਸੰਗਤ ਇਸ ਪ੍ਰਥਾਏ, ਹੱਥ ਜੋੜ ਕੇ ਅਰਜ਼ ਕਰੀਏ ਸਤਿਗੁਰੂ ਜੀ ਇਹ ਗੋਝ ਬਚਨਾਂ ਦੀ ਸੋਝੀ ਸਾਡੇ ਅੰਦਰ ਵਸਾਓ।
सानू मत दिओ असी समझ सकीए साध संगत। तो इत्थों बचन आरंभ कर रहे श्लोक महला तीजा। हौमे विच जगत मूआ, इत्थों ही बीमारी शुरू हो गई। असल विच मरना की है जी? सारा जगत मरिया होया। अगला कहेगा मैं तो जी बोलदा हाँ, खांदा हाँ, मैं सोहना सुनखा, मेरी चमड़ी नूं हथ ला के वेखो। सतगुरु जी कहते मृतक कहिया नानका, जे प्रीत नहीं भगवंत। हुणे मरिया क्यों होया? आत्मक मौते क्यों मरिया होया? क्योंकि जिथों जीवन मिलना सी ना उहदे नाल जुड़िया नहीं। जिवें एक पौधा है ना, जीवन मिलना है जड़ दे राही, तो यदि हौमै ने विच परदा पा दिता, कंध कढ़ दिती, मनुख नूं भी जीवन मिलना सी मूल विचों, ते विच जदों हौमै आ गई दोनां दे, ते ये मर गया। जड़ टुट जाए तो पौधा सुक जाता, विच उन्होंने कट के विचों ते विच कोई उहदे पेपर पा दईए, पोलोथीन पा दईए, विच आ गया ना परदा, सूखम जिहा भी होवे। इसे तरह साडे अंदर सूखम जिहा परदा भी सानू मार गया जी। भांबीरी कै ज्यों पात पार दो। पतंगे उड्डदे जी आह बरसात के दिनों तो उहदे पर किन्ने पतले हुंदे आ, सूखम जे। इन्ना की भी परदा आ गया, विथ पै गई। आही तो कढ़नी है जिन्हों साहब कहते हैं, ओए जो बीच हम तुम कश होते, जड़ा तेरे ते मेरे च परदा सी, तिन की बात बिलानी बीत गई। तो हुण की होया? जिवें गहणे एक कुठाली च पै के इक्को रूप हो जाते हैं, इक्को धात बन जाते हैं, इदां तेरे चरनां नाल जुड़ के तेरा रूप हो गए। अलंकार मिल थैली हुई है, तो उन्होंने फिर कोई वखरे वखरे नहीं कहता, उन्होंने कहते हैं तां ते कनक वखानी, फिर एक ही रूप हो जाता है, सोना ही। वो विथ जिहड़ी है वो मार रही है, तो वो विथ है हौमै। जब हम होते तब तू नाही। वेखो सच पुछो किड्डी कमाल दी सानू मंजिल गुरु साहब ने दिती है। ਇਹਦੇ ਤੋਂ ਵੱਡਾ ਸਨਮਾਨ, ਇਹਦੇ ਤੋਂ ਵੱਡਾ ਆਦਰ, ਇਹਦੇ ਤੋਂ ਵੱਡੀ ਵਡਿਆਈ ਦੁਨੀਆ 'ਚ ਕਿਤੇ ਨਹੀਂ ਮਿਲਣੀ ਜੋ ਗੁਰੂ ਨਾਨਕ ਸਾਹਿਬ ਦੇ ਰਹੇ ਆ। ਸਾਡੀ ਮੰਜ਼ਿਲ ਕੀ ਹੈ? ਅਸੀਂ ਬੰਦੇ ਤੋਂ ਰੱਬ ਬਣਨਾ। ਦੁਨੀਆ ਦੇ ਵਿੱਚ ਕੋਈ ਮੁਕਤੀ ਮੰਗ ਰਿਹਾ, ਕੋਈ ਸਵਰਗ ਵਿੱਚ ਜਾਣਾ ਚਾਹੁੰਦਾ, ਕੋਈ ਬਿਹਿਸ਼ਤ ਭਾਲ ਰਿਹਾ। ਗੁਰੂ ਸਾਹਿਬ ਨੇ ਕਿਹਾ ਨਾ, ਨਾ ਕੋਈ ਮੁਕਤੀ ਦੀ ਲੋੜ ਹੈ, ਨਾ ਕਿਸੇ ਸਵਰਗ ਦੀ ਲੋੜ ਹੈ। ਬੰਦੇ ਤੋਂ ਸਿੱਧਾ ਹੀ ਘੱਟੋ ਘੱਟ ਕੀ ਬਣਨਾ? ਰੱਬ ਬਣਨਾ। ਕੂੜਿਆਰ ਤੋਂ ਸਚਿਆਰ ਬਣਨਾ। ਆਪਾਂ ਪੜ੍ਹਦੇ ਹਾਂ ਜੀ, ਕਿਵ ਸਚਿਆਰਾ ਹੋਈ ਹੈ ਸਚਿਆਰ ਤੇ ਰੱਬ ਨੂੰ ਕਹਿੰਦੇ ਆ। ਤੇ ਗੁਰੂ ਨਾਨਕ ਸਾਹਿਬ ਜੀ ਕਾਹਦੀ ਗੱਲ ਕਰ ਰਹੇ ਨੇ ਵੀ ਆ ਮੈਂ ਬੰਦੇ ਤੋਂ ਰੱਬ ਬਣਨ ਦੀ ਜਾਚ ਦੱਸਾਂ। ਤੇ ਬੰਦੇ ਤੋਂ ਰੱਬ ਕਿੱਦਾਂ ਬਣੇਗਾ ਜੀ? ਮੈਂ ਕਰਕੇ ਨਹੀਂ ਬਣ ਸਕਦਾ, ਤੂੰ ਕਰਕੇ ਬਣੇਗਾ। ਤੂੰ ਕਰਤਾ, ਕਹੋ ਗੱਜ ਕੇ, ਤੂੰ ਕਰਤਾ ਤੂੰ ਹੁਆ। ਮੈਂ ਦਾ ਪਰਦਾ ਸੀ ਜਿਹਨੂੰ ਹਉਮੈ ਕਹਿੰਦੇ ਆ, ਹਉਮੈ 'ਚ ਮਰ ਰਹੇ ਸੀ। ਤੂੰ ਹੋਇਆ ਤੇ ਜੀਵਨ ਮਿਲ ਗਿਆ। ਇੱਕ ਕਤਰਾ ਆ ਨਾ ਜੀ, ਕਤਰਾ, ਇੱਕ ਬੂੰਦ। ਕਤਰਾ ਹੁੰਦਾ ਵੀ ਇੱਕ ਤੇ ਹੁੰਦੀ ਐ ਕਰਕੇ ਬੂੰਦ ਡਿੱਗਣ ਵਾਲੀ, ਤੇ ਜੇ ਬੂੰਦ ਨੂੰ ਵੀ ਅਸੀਂ ਐਂ ਕਰਕੇ ਥੋੜਾ ਜਿਹਾ ਮਾਰੀਏ ਤੇ ਇੱਕ ਬੂੰਦ ਦੇ ਕਿੰਨੇ ਕਤਰੇ ਬਣ ਜਾਂਦੇ ਹਨ। ਹੁਣ ਉਹ ਕਤਰਾ ਜਿਹੜਾ ਇੱਕ ਬੂੰਦ ਦੇ 150 ਕਤਰੇ ਇੱਕ ਸੈਕਿੰਡ 'ਚ ਹੁੰਦੀ ਐਂ ਬਣ ਕੇ, ਜਦੋਂ ਐਂ ਸੁੱਟੀ ਕੰਧ ਤੇ ਕਾਗਜ਼ ਤੇ ਵੇਖਿਆ ਵੀ ਕਿੰਨੇ ਕਤਰੇ ਆ। ਉਹ ਕਤਰਾ ਜੇ ਤੇ ਇਕੱਲਾ ਆਪਣੀ ਹੋਂਦ ਲੈ ਕੇ ਬੈਠਾ ਤੇ ਇੱਕ ਅੱਧੇ ਸੈਕਿੰਡ ਬਾਅਦ ਸੁੱਕ ਜਾਏਗਾ, ਮੁੱਕ ਜਾਏਗਾ। ਤੇ ਜੇ ਉਹ ਕਤਰਾ ਆਪਣੀ ਹੋਂਦ ਮਿਟਾ ਕੇ ਕਿਤੇ ਸਾਗਰ 'ਚ ਡਿੱਗ ਜੇ ਐ ਤੇ ਫਿਰ ਉਹ ਮੁੱਕਦਾ ਨਹੀਂ, ਉਹ ਸਾਗਰ ਬਣ ਜਾਂਦਾ। ਇਹੀ ਕੁਛ ਸਾਡਾ। ਜੇ ਤੇ ਇਕੱਲੇ ਆ, ਆਪਣੀ ਹੋਂਦ ਬਚਾ ਕੇ ਬੈਠੇ ਆ, ਤੇ ਫਿਰ ਹੋਂਦ ਸਾਡੀ ਇੱਕ ਅੱਧੇ ਸੈਕਿੰਡ ਦੀ ਹੈ, ਕੱਖ ਵੀ ਨਹੀਂ। ਜੈਸੇ ਜਲ ਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ ਜਗ ਰਚਨਾ। ਉਹ ਬੁਲਬੁਲੇ ਵਾਂਗ ਆ, ਬੜਾ ਹੀ ਮੋਟਾ ਜਿਹਾ ਵੀ ਬਣ ਜਾਂਦਾ ਤੇ ਫੁੱਲਿਆ ਨਹੀਂ ਸਮਾਂਦਾ। ਵੇਖਿਆ ਮੈਂ ਸਾਰਿਆਂ ਤੋਂ ਮੋਟਾ। ਲੱਖਾਂ ਕਰੋੜਾਂ ਬਣੇ, ਜਦੋਂ ਝੜੀ ਲੱਗੀ ਤੇ ਉੱਡ ਗਏ। ਜਦੋਂ ਝੜੀ ਲੱਗੀ ਬਣੇ ਤੇ ਉੱਡ ਖਤਮ। ਇੱਦਾਂ ਦੀ ਹੋਂਦੀ ਹੈ ਸਾਡੀ।
ਸੋ ਉਹ ਜਿਹੜੀ ਮੈਂ ਆ ਸਾਨੂੰ ਸਾਗਰ ਨਹੀਂ ਬਣਨ ਦੇ ਰਹੀ, ਤੇ ਜਦੋਂ ਅਸੀਂ ਕਤਰੇ ਆਪਣੀ ਹੋਂਦ ਵੱਖਰੀ ਰੱਖਦੇ ਆ ਮੁੱਕ ਜਾਂਦੇ ਆ ਜੀ। ਹਉਮੈ ਵਿੱਚ ਜਗਤ ਮੂਆ। ਸੋ ਉਹ ਵਖਰੇਵਾਂ ਜਿਹੜਾ ਨਾ ਉਹ ਸਾਨੂੰ ਮੁਕਾ ਰਿਹਾ, ਉਹ ਸਾਨੂੰ ਸੁਕਾ ਰਿਹਾ। ਤੇ ਜੇ ਵਖਰੇਵਾਂ ਮਿਟ ਜਾਏਗਾ, ਅਬ ਤੂੰ ਹੀ ਮੈਂ ਨਾਹੀ, ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀ, ਜਿਨਾ ਨਾ ਵਿਸਰੈ ਨਾਮ ਸੇ ਕਨਿਹਿਆ। ਤੇ ਕੀ ਫਿਰ ਉਹਨਾਂ ਦੀ ਆਇਡੈਂਟੀਟੀ ਦੱਸੀ ਜੀ? ਤੁਸੀਂ ਉਹਨਾਂ ਦੇ ਕੋਲ ਜਾਓਗੇ ਨਾ ਤੇ ਉਹ ਤੁਹਾਨੂੰ ਦੱਸਣਗੇ ਉਹਨਾਂ ਦਾ ਚੋਲਾ ਬੜਾ ਲੰਬਾ ਹੋਏਗਾ, ਉਹਨਾਂ ਦੀ ਪੱਗ ਦਾ ਸਟਾਈਲ ਵੱਖਰਾ ਹੋਏਗਾ। ਨਹੀਂ, ਕਹਿੰਦੇ ਉਹਨਾਂ ਦੀ ਇਹ ਪਹਿਚਾਣ ਹੁੰਦੀ ਹੈ ਕਿ ਉਹਨਾਂ ਦੀ ਮੈਂ ਮਿਟੀ ਹੁੰਦੀ ਹੈ ਤੇ ਉਹ ਤੂੰ 'ਚ ਸਮਾਏ ਹੁੰਦੇ ਆ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨਿਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਹਉਮੈ ਵਿੱਚ ਜਗਤ ਮੂਆ, ਮਰਦੋ ਮਰਦਾ ਜਾਏ। ਮੁੱਕ ਗਿਆ ਜੀ। ਆਤਮਕ ਮੌਤੇ ਤਿਲ ਤਿਲ ਕਰਕੇ ਮਰ ਰਹੇ ਹਾਂ। ਉਹ ਕਤਰੇ ਵਾਂਗੂ ਸਭ ਸੁੱਕ ਰਹੇ ਹਾਂ, ਸਭ ਦੀ ਹੋਂਦ ਮਿਟ ਜਾਣੀ। ਕਿੱਥੇ ਗਏ ਜੀ ਉਹਦੇ ਬੜੇ ਬੜੇ ਦਮਗਜੇ ਮਾਰਦੇ ਸੀ, ਮੈਂ ਵਜੀਦਾ, ਮੇਰਾ ਹੁਕਮ ਚੱਲਦਾ, ਮੈਂ ਔਰੰਗਜ਼ੇਬ, ਮੇਰੇ ਤੋਂ ਬਿਨਾਂ ਪਰਿੰਦਾ ਪਰ ਨਹੀਂ ਮਾਰ ਸਕਦਾ। ਹਉਮੈ ਸੀ ਨਾ ਜੀ, ਮਿਟ ਗਏ। ਮਰ ਰਹੇ ਨੇ, ਮਰਦੋ ਮਰਦਾ ਜਾਏ, ਮਤਲਬ ਨਿਰੰਤਰ ਇਦਾਂ ਹੀ ਹੋ ਰਿਹਾ। ਪਤਾ ਨਹੀਂ ਕਿੰਨੇ ਕਿਸ ਬਿਰਤੀ ਵਾਲੇ ਨਿਤ ਮਿੱਟੀ 'ਚ ਮਿਲ ਰਹੇ ਆ। ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤੀ, ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਬੁੱਝੈ। ਉਹ ਪਸ਼ੂ ਦੀ ਬਿਰਤੀ ਵਾਲਿਆ, ਤੇਰਾ ਮਕਸਦ ਕੱਲਾ ਢਿੱਡ ਭਰਨਾ ਹੀ ਹੈ। ਇੱਕ ਬੰਦਾ ਆ ਜਿਹੜਾ ਮਰਦਾ ਫਿਰਦਾ, ਹਾਏ ਹਾਏ ਹੋਰ ਇਕੱਠਾ ਕਰਾਂ, ਹੋਰ ਇਕੱਠਾ ਕਰਾਂ, ਤੇ ਇਹਨੂੰ ਚਿੰਤਾ ਆ ਦੁਨੀਆ ਤੇ ਸਾਰੇ ਜੀਵ ਖਾਂਦੇ ਆ। ਜਲ ਮੈਂ ਜੰਤੋ ਪਾਇਨ ਤਿਨਾ ਭੇ ਰੋਜੀ ਦੇ। ਹੁਣ ਇਹ ਪਸ਼ੂ ਜਿੰਨੀ ਦੇਰ ਅੰਦਰ ਰੱਬ ਦੀ ਜੋਤ ਜਿਉਂਦਾ ਪਿਆ, ਇਹਨੂੰ ਸਮਝ ਹੀ ਨਹੀਂ ਆ ਰਹੀ ਜੀ। ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤਈ, ਉਨੀ ਦੇਰ ਤੇ ਇਹਨੂੰ ਪਤਾ ਨਹੀਂ ਲੱਗ ਰਿਹਾ, ਮੈਂ ਕਰੀ ਜਾ ਰਿਹਾ। ਤੇ ਜਦੋਂ ਅੰਤ ਵੇਲਾ ਆਉਣਾ, ਜਬ ਜਾਮੇ ਆਏ ਕੇਸ ਗਿਆ ਪਕੜਿਆ, ਫਿਰ ਇਹਨੇ ਪਛਤਾਉਣਾ ਸਾਧ ਸੰਗਤ ਵੀ ਕੀ ਹੋਇਆ ਮੇਰੇ ਨਾਲ। ਪਸ਼ੂ ਵਰਗਾ ਜੀਵਨ ਹੋ ਗਿਆ ਨਾ, ਜਿਵੇਂ ਪਸ਼ੂ ਨੂੰ ਸਿਰਫ ਇੱਕੋ ਹੀ ਮਨੋਰਥ ਹੈ, ਢਿੱਡ ਭਰਨਾ। ਜੇ ਪ੍ਰਾਣ ਹਨ ਤੇ ਇਹ ਖਿਆਲ ਰੱਖ, ਦਮ ਬਿਰਥਾ ਨਾ ਜਾਏ। ਕੀ ਕਰਨਾ? ਤੂੰ ਜਿਹੜਾ ਵਾਹਿਗੁਰੂ ਸਿਮਰਨ ਵੀ ਹੈ ਨਾ, ਉਹ ਇੱਕ ਅਵਸਥਾ ਆ ਸਾਧ ਸੰਗਤ। ਤੇ ਜੇ ਉਹ ਅਵਸਥਾ 'ਚ ਤਬਦੀਲ ਨਹੀਂ ਹੋ ਰਹੇ, ਅਸੀਂ ਤੂੰ ਕਰਦੇ, ਤੇ ਫਿਰ ਖਿਮਾ ਕਰਨਾ, ਕਈ ਵਾਰੀ ਕਹਿੰਦਿਆਂ ਵੀ ਸਾਡੀਆਂ ਗਿਣਤੀਆਂ ਸਾਨੂੰ ਹੰਕਾਰ ਦੇ ਦਿੰਦੀਆਂ ਵੀ ਪਤਾ ਮੈਂ ਕਿੰਨੀ ਵਾਰੀ ਕਿਹਾ, ਮੈਂ ਤਾਂ ਲਿਖ ਕੇ ਰੱਖਿਆ ਹੋਇਆ। ਉਹ ਇੱਕ ਗਾਥਾ ਹੁੰਦੀ ਬੜੀ ਪਿਆਰੀ ਜੀ, ਸਮਝਣ ਵਾਸਤੇ ਕਹਾਣੀ ਹੈ। ਕਹਿੰਦੇ ਕੋਈ ਮਨੁੱਖ ਸੀ, ਜਿੰਨੀਆਂ ਨੇਕੀਆਂ ਕਰਦਾ ਸੀ ਉਹ ਲਿਖ ਲੈਂਦਾ ਸੀ, ਗਿਣਤੀ ਕਰਦਾ ਸੀ ਉਹ। ਤੇ ਉਹ ਜਿਹੜੇ ਭਰੀਆਂ ਹੋਈਆਂ ਵਹੀਆਂ ਖਾਤੇ ਸੀ ਨਾ, ਵੀ ਇੰਨੀ ਨੇਕੀ, ਇੰਨਾ ਪਰਉਪਕਾਰ, ਇੰਨਾ ਮੈਂ ਲੋਕਾਂ ਦਾ ਭਲਾ ਕੀਤਾ। ਉਹ ਜਿਉਂ-ਜਿਉਂ ਉਹ ਰਜਿਸਟਰ ਵੱਡੇ ਹੁੰਦੇ ਜਾਂਦੇ ਸੀ ਤੇ ਤਿਉਂ-ਤਿਉਂ ਉਹਦੀ ਹਉਮੈ ਵੱਧਦੀ ਜਾਂਦੀ ਸੀ। ਇੱਕ ਦਿਨ ਨੌਬਤ ਇੱਦਾਂ ਦੀ ਆਈ ਕਿ ਵੰਡਦਿਆਂ ਸਮੇਂ ਦਾ ਗੇੜ ਹੁੰਦਾ। ਇਹ ਜਿੰਨਾ ਅਸੀਂ ਵੇਖ ਰਹੇ ਹਾਂ ਤਾਮ ਝਾਮ, ਇਹ ਰੁੱਖ ਦੀ ਪਰਛਾਵੇਂ ਵਰਗਾ, ਇੱਕ ਜਗ੍ਹਾ ਨਹੀਂ ਰਹਿਣਾ। ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਇੱਕ ਵਾਰੀ ਹੋ ਸਕਦਾ ਇੰਨਾ ਚੜ੍ਹ ਕੇ ਆ ਜੇ, ਤੇ ਦੂਜੇ ਦਿਨ ਜਾ ਕੇ ਵੇਖੋ ਤੇ ਉਹ ਕੁਛ ਵੀ ਨਹੀਂ। ਬੱਦਲਾਂ ਦੀ ਛਾਂ ਇੱਕ ਵਾਰੀ ਐਂ ਲੱਗੇਗਾ ਸਾਰਾ ਸਮਾਨ ਢੱਕਿਆ ਗਿਆ, ਤੇ ਇੱਕ ਹਵਾ ਦਾ ਬੁੱਲਾ ਹੀ ਉਡਾ ਕੇ ਲੈ ਜਾਂਦਾ। ਸੋ ਇਹ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ। ਠੀਕ ਹੈ, ਮਿਹਨਤ ਕਰਨੀ ਚਾਹੀਦੀ ਹੈ, ਅੱਜ ਦਾ ਜਿੱਦਾਂ ਦਾ ਯੁੱਗ ਹੈ, 4 ਪੈਸੇ ਵੀ ਕੋਲ ਹੋਣੇ ਚਾਹੀਦੇ ਆ। ਪਰ ਜੇ ਸਮਝ ਲਈਏ ਵੀ ਬਹੁਤ ਕੁਝ ਹੋ ਗਿਆ ਤੇ ਕੱਖ ਵੀ ਨਹੀਂ ਹੈ, ਫਿਰ ਇਹਦੀ ਰਹਿਮਤ ਨਾਲ ਹੀ ਹੈ। ਹੁਣ ਉਹ ਨੌਬਤ ਇੱਦਾਂ ਦੀ ਆਈ ਕਿ ਇੱਕ ਦਿਨ ਗੁਰਬਤ ਦੀ ਜ਼ਿੰਦਗੀ ਆ ਗਈ, ਗਰੀਬੀ ਦੀ ਜ਼ਿੰਦਗੀ ਆ ਗਈ।
ਤੇ ਉਹ ਕਹਾਣੀ ਲਿਖਣ ਵਾਲਿਆਂ ਨੇ ਲਿਖਿਆ ਕਿ ਸ਼ਹਿਨशाह ਨੇ ਐਲਾਨ ਕੀਤਾ, ਕਾਲ ਪੈ ਗਿਆ, ਲੋਕ ਗਰੀਬੀ 'ਚ ਨੇ, ਤੇ ਇਹ ਜਿਹੜਾ ਪਰਉਪਕਾਰੀ ਸੀ ਲਿਖਣ ਵਾਲਾ, ਲਿਖ ਲਿਖ ਰੱਖਣ ਵਾਲਾ, ਇਹਦੇ ਘਰ ਵੀ ਗਰੀਬੀ ਆ ਗਈ। ਬਾਦਸ਼ਾਹ ਨੇ ਐਲਾਨ ਕੀਤਾ ਵੀ ਜਿਹੜੇ ਜਿਹੜੇ ਬੰਦੇ ਨੇ ਭਲੇ ਕੀਤੇ ਹੋਏ ਆ ਨਾ, ਉਹ ਆਪਣੇ ਆਪਣੇ ਭਲੇ ਗਿਣਾ ਦੇ ਆ ਕੇ ਤੇ ਉਹਨੂੰ ਇਨਾਮ ਦਿਆਂਗੇ। ਤੇ ਇਹਨੂੰ ਗਰੂਰ ਵੀ ਮੈਂ ਸਾਰੀ ਦੁਨੀਆ ਤੋਂ ਵੱਧ ਕੀਤੇ ਹੋਏ ਆ। ਇਹਨੇ ਤੇ ਜੀ ਉਹ ਸਾਰੇ ਚੰਗੀ ਤਰ੍ਹਾਂ ਨਾਲ ਨਾ ਰੱਟ ਲਏ, ਪੋਥੀਆਂ ਵੀ ਉਹ ਰਜਿਸਟਰ ਵੀ ਨਾਲ ਚੁੱਕ ਲਏ, ਵਈਆਂ ਖਾਤੇ ਵੀ ਵੇਖਿਆ ਮੈਂ ਕਿੰਨੇ ਕੀਤੇ। ਰਾਜਧਾਨੀ 'ਚ ਜਾਣਾ ਸੀ, 2 ਰੋਟੀਆਂ ਪੱਲੇ ਬੰਨੀਆਂ ਤੇ ਤੁਰ ਪਿਆ। ਇੱਦਾਂ ਹੀ ਕਰਦੇ ਹੁੰਦੇ ਸੀ ਰਾਹਗੀਰ। ਦੁਪਹਿਰ ਆਈ, ਇੱਕ ਖੂਹ ਦੇ ਕਿਨਾਰੇ ਤੇ ਖੂਹ ਵਗ ਰਿਹਾ ਸੀ, ਇੱਥੇ ਪਾਣੀ ਘੁੱਟ ਪੀਵਾਂਗਾ, 2 ਅਚਾਰ ਨਾਲ ਰੋਟੀਆਂ ਖਾ ਲਵਾਂ। ਪ੍ਰਸ਼ਾਦੇ ਛਕਣ ਲਈ ਬੈਠਾ ਤੇ ਇੱਕ ਕੁੱਤੀ ਬੱਚਿਆਂ ਸਮੇਤ ਆ ਗਈ। ਕਹਾਣੀ ਹੈ, ਇਹਨੂੰ ਸਮਝ ਲਿਓ। ਇਹ ਮਨ 'ਚ ਸੋਚਦਾ ਵੀ ਮੇਰੀਆਂ ਤੇ ਨੇਕੀਆਂ ਹੀ ਇੰਨੀਆਂ, ਪਰਉਪਕਾਰ ਹੀ ਇੰਨੇ ਆ ਵੀ ਮੈਨੂੰ ਤੇ ਜਾਂਦੇ ਹੀ ਬਥੇਰਾ ਕੁਝ ਮਿਲ ਜਾਣਾ, ਹੁਣ ਜ਼ਰੂਰੀ ਚਾਰ ਨਾਲ ਖਾਣੀ ਹੈ। ਉਹ ਚੁੱਕ ਕੇ ਕੁੱਤੀ ਅੱਗੇ ਸੁੱਟਦੇ। ਮੈਂ ਜਾਂਦਾ ਮਹਿਲਾਂ 'ਚ, ਸਾਰੇ ਦੱਸ ਰਹੇ ਸੀ ਜੀ ਆਪਣੀਆਂ ਆਪਣੀਆਂ ਨੇਕੀਆਂ, ਤੇ ਇਹਨੇ ਜੀ ਪੰਡ ਚੁੱਕ ਕੇ ਅੱਗੇ ਰੱਖਤੀ, ਆ ਪੜ੍ਹੋ ਜੀ ਮੈਂ ਕਿੰਨੀਆਂ ਨੇਕੀਆਂ ਕੀਤੀਆਂ। ਉਹ ਕਹਿੰਦੇ ਠੀਕ ਹੈ, ਇਹ ਤੇ ਪਾਸੇ ਰੱਖਦੇ, ਇਹਦੇ ਤੋਂ ਇਲਾਵਾ ਕੋਈ ਕੀਤੀ ਆ? ਕਹਿੰਦਾ ਨਹੀਂ, ਉਹ ਚੇਤੇ ਨਹੀਂ ਹੈ ਕੋਈ, ਜਿੰਨੀਆਂ ਕੀਤੀਆਂ ਸੀ ਉਹ ਤਾਂ ਮੈਂ ਲਿਖ ਲਈਆਂ, ਇਹਦੇ ਤੋਂ ਇਲਾਵਾ ਕੀਤੀ ਹੈ ਕੋਈ? ਕਹਿੰਦਾ ਨਹੀਂ, ਉਹ ਯਾਦ ਨਹੀਂ, ਚੇਤੇ ਨਹੀਂ। ਕਹਿੰਦੇ ਬਸ ਫਿਰ ਉਹਦੇ ਬਦਲੇ ਇੰਨਾ ਦਿੱਤਾ ਜਾ ਸਕਦਾ ਕਿ ਵਸਤੂਆਂ ਥੋੜ੍ਹੀਆਂ ਨੇ ਤੇ ਨੇਕੀ ਵੱਡੀ ਹੈ, ਜਿਹੜੀ ਚੇਤੇ ਨਹੀਂ, ਜਿਹੜੀ ਯਾਦ ਨਹੀਂ। ਆਉਂਦਿਆਂ ਕੁੱਤੀ ਦੇ ਬੱਚਿਆਂ ਨੂੰ ਰੋਟੀ ਪਾਈ ਸੀ, ਉਹ ਨਹੀਂ ਲਿਖੀ ਗਈ, ਚੇਤੇ ਨਹੀਂ। ਹੁਣ ਚੇਤੇ ਤੇ ਪਾਇਆ ਹੋਇਆ ਬੋਝ ਜਿਹੜਾ ਨਾ, ਸਵਾਏ ਹਉਮੈ ਦੇ ਹੋਰ ਕੁਝ ਨਹੀਂ ਦੇ ਰਿਹਾ। ਮੇਰੀ ਇਹ ਨੇਕੀ, ਮੇਰੇ ਇਹ ਪਰਉਪਕਾਰ, ਅਸੀਂ ਤੇ ਬੋਰਡ ਲਾਉਂਦੇ ਹਾਂ ਵੱਡੇ ਵੱਡੇ, 2 ਕੰਬਲ ਵੰਡ ਕੇ, ਹੈ ਨਾ, ਪਤਾ ਲੱਗੇ ਸਮਾਜ ਨੂੰ। ਗੁਰੂ ਸਾਹਿਬ ਜੀ ਕਹਿੰਦੇ ਵੀ ਹਉਮੈ ਦੀ ਪੰਡ ਹੀ ਚੁੱਕ ਰਿਹਾ, ਤੂੰ ਕਿੱਥੋਂ ਕਰੇਗਾ। ਸਿੱਖੀ ਦੇ ਅੰਦਰ ਇੱਕ ਗੱਲ ਬੜੀ, ਸਭ ਤੋਂ ਵੱਧ ਸੇਵਾ ਦਾ ਕਨਸੈਪਟ ਸਿੱਖੀ 'ਚ ਹੈ, ਪਰ ਸੇਵਾ ਕਰਦਿਆਂ ਵੰਡਦਿਆਂ ਨਾਲ ਇਹ ਮਹਾਰਾਜ ਨੇ ਸੋਝੀ ਦਿੱਤੀ ਕਿ ਜਿਸ ਕੀ ਬਸਤ ਤਿਸ ਆਗਿਆ ਰੱਖੈ। ਇਹ ਕੋਈ 10 20 50 100 ਜਿਹੜਾ ਚਾੜਿਆ, ਇਹ ਮੈਂ ਨਹੀਂ ਚਾੜਿਆ, ਤੇਰੀ ਵਸਤ ਹੈ, ਤੇ ਤੇਰਾ ਕੀਆ ਤੁਝੇ ਕਿਆ ਅਰਪੋ। ਤੂੰ ਮੈਨੂੰ ਵਰਤਣ ਲਈ ਦਿੱਤੇ, ਮੈਨੂੰ ਲੱਖ ਦਿੱਤਾ ਤੇ ਮੈਂ ਲੱਖ 'ਚੋਂ 10 20 50 ਦੇ ਦਿੱਤੇ, ਤੇ ਇਹ ਕਿਹੜੀ ਪਰਉਪਕਾਰ ਨੇਕੀ ਹੋਈ? ਤੂੰ ਦਿੱਤਾ ਸੀ, ਤੂੰ ਚੰਗੇ ਪਾਸੇ ਲਾ ਲਿਆ ਪਾਤਸ਼ਾਹ। ਸ਼ੁਕਰਾਨਾ ਕਰ ਸਕਦੇ ਹਾਂ, ਜਣਾ ਨਹੀਂ ਸਕਦੇ ਆਪਣਾ ਆਪ। ਸੋ ਇਸ ਲਈ ਸਭ ਤੋਂ ਵੱਡਾ ਰੇੜਕਾ ਕੀ ਹੈ ਰੱਬ ਬਣਨ ਵਿੱਚ, ਜਿਹਨੂੰ ਬਾਬਾ ਬੁੱਲੇ ਸ਼ਾਹ ਨੇ ਕਿਹਾ, ਮੇਰੀ ਮੈਂ ਨੇ ਮੈਨੂੰ ਜੁਦਾ ਰੱਖਿਆ, ਮੈਨੂੰ ਬੰਦਾ ਤੇ ਤੈਨੂੰ ਖੁਦਾ ਰੱਖਿਆ। ਨਹੀਂ ਤੇ ਬੰਦੇ ਤੇ ਖੁਦਾ 'ਚ ਫਰਕ ਕੋਈ ਨਹੀਂ ਸੀ। ਜੇ ਕੋਈ ਕੰਧ ਹੈ ਤੇ ਵਿੱਚ ਹਉਮੈ ਭੀਤ ਕਰਾਰੀ। ਕਰੜੀ ਕੰਧ ਕੀ ਹੈ? ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ। ਇੱਕੋ ਹੀ ਘਰ, ਇੱਕੋ ਹੀ ਸੇਜ, ਤੇ ਉਹਦੇ ਵਿੱਚ ਬੈਠੇ ਹੋਏ ਵੀ ਕਿੰਨੀ ਨੇੜਤਾ ਹੈ ਜੀ, ਤੇ ਵਿੱਚ ਕੰਧ ਕੱਢੀ ਹੋਈ ਹੈ ਹੰਕਾਰ ਦੀ। ਹੈ ਦੂਰ ਨਹੀਂ ਹੈ ਸਾਧ ਸੰਗਤ। ਬੰਦੇ ਨੂੰ ਰੱਬ ਬਣਦਿਆਂ ਸੈਕਿੰਡ ਵੀ ਨਹੀਂ ਲੱਗਣਾ, ਪਰ ਕੰਧ ਆਪ ਕੱਢ ਲਈਏ ਸਾਧ ਸੰਗਤ। ਸੋ ਇਹ ਟਾਰਗੇਟ ਬੜਾ ਵੱਡਾ ਦਿੱਤਾ ਜੀ ਗੁਰੂ ਨਾਨਕ ਸਾਹਿਬ ਨੇ ਸਾਨੂੰ। ਸਾਡੀ ਮੰਜ਼ਿਲ ਬੜੀ ਕਮਾਲ ਦੀ ਨਿਰਧਾਰਿਤ ਕੀਤੀ ਵੀ ਇਹਦੇ ਤੋਂ ਘੱਟ ਨਹੀਂ, ਰਸਤੇ 'ਚ ਬ੍ਰੇਕ ਨਹੀਂ ਹੈ, ਸਿੱਧਾ ਕਤਰੇ ਨੇ ਸਾਗਰ ਬਣਨਾ ਹੈ ਬਸ। ਪਰ ਬਣਨਾ ਕਿੱਦਾਂ ਹੈ? ਮਿਟਣ ਤੋਂ ਬਿਨਾ ਨਹੀਂ ਬਣ ਸਕਦਾ। ਆਪਣੀ ਹੋਂਦ ਬਚਾ ਕੇ ਛੱਪੜੀ ਤੇ ਬਣ ਜਾਏਗਾ, ਹੈ ਨਾ। ਪਾਣੀ ਜਿਹਾ ਟੁੱਟ ਗਿਆ ਤੇ ਛੱਪੜੀ ਬਣ ਗਿਆ। ਤੇ ਛੱਪੜੀ 'ਚ ਕੀ ਹੁੰਦੀ ਹੈ? ਬਦਬੂ, ਕਾਈ, ਉਹਦੀ ਆਪਣੀ ਵਲਗਣ ਹੈ ਨਾ, ਆਪਣੀ ਆਪਣੀ ਦੁਨੀਆ। ਜਿੱਦਾਂ ਆਪਾਂ ਸਾਰੇ ਬਣਾ ਕੇ ਬੈਠੇ ਹਾਂ, ਇਹ ਮੇਰੀ ਸੰਗਤ, ਇਹ ਫਲਾਣੇ ਧੜੇ ਦੀ ਸੰਗਤ, ਇਹ ਫਲਾਣੇ ਬੰਦੇ ਦੀ ਸੰਗਤ, ਫਲਾਣੇ ਭਾਈ ਸਾਹਿਬ ਦੀ ਸੰਗਤ। ਗਿਆਨੀ ਹੋਏ ਸੋ ਚੇਤਨ ਹੋਏ। ਸੋ ਅਸੀਂ ਕੰਧਾਂ ਮਜ਼ਬੂਤ ਕਰ ਰਹੇ ਹਾਂ ਰੱਬ ਨਾਲੋਂ ਟੁੱਟਣ ਦੀਆਂ। ਔਰ ਸਭ ਤੋਂ ਵੱਡਾ ਧੋਖਾ ਇਹ ਹੋ ਰਿਹਾ ਕਿ ਧਰਮ ਦੇ ਨਾਂ ਤੇ ਕਰ ਰਹੇ ਹਾਂ। ਅਸੀਂ ਸਮਝਦੇ ਹਾਂ ਵੀ ਸ਼ਾਇਦ ਇਹ ਧਰਮ ਹੈ, ਪਰ ਸਭ ਤੋਂ ਵੱਡੇ ਭਰਮ 'ਚ ਪਏ ਹੋਏ ਹਾਂ। ਦੂਰੀ ਬਣਾ ਕੇ ਬੈਠ ਗਏ, ਵਿੱਥ ਬਣਾ ਕੇ ਬੈਠ ਗਏ।
तो दयालु मेहरबान पातशाह जी कह रहे हैं, जिचर विच दम है तिचर ना चेते। कमाल हो गई। जिन्नी देर उद्यम करन दा वेला सी, कुछ कमाउण दा वेला सी, उन्नी देर इहनूं पता ही कख नहीं। वेसला गुआचिया नशे च, नशा पीता होया, पीओ मधुरो धन मतवंता। वो कंत कोल है तो इन्हें मदरा पान किया, नशा किया होया, नशे च बेहोश पई है मेरी जिंद मेरी आत्मा। धन जागै जे पिर बोलंता। जे तेरी कंत की आवाज़ कन्ना च पै जे तो फिर ये जाग सकती है, नहीं तो ये सेज ते पई नेड़े पई भी नशा करके सुती हुई है, हौमे का नशा। के करेगा अगे जाए, फिर की करेगा तू जो तेरा वेला विहा गया। फिर की करदा, हथ मरोड़ै तन कपै। याद आउंदा जिदन होमवर्क नहीं सी ना करके गए हुंदे ते टीचर खड़िया करदा सी, उठ तैनूं आ के असीं याद करके आउणा कीता, ते फिर उत्थे इदां दा करदे हुंदे सी। होमवर्क दिता सानूं साध संगत गुरु साहब ने, ते असीं होमवर्क करके नहीं सुरखरू होए तो फिर की होना जी, हथ मरोड़ै तन कपै। जो वेला विहा गया, स्याहो होवै सिद्ध, जो कालियां तो चिट्टे हो गए तो फिर मुक गया वेला जी। जिचर विच दम है तिचर ना चेतई, के करेगा अगे जाए। फिर की करेगा अगे जाके, फिर सिर कंपिओ पग डगमगे। तू संगत च नहीं आ सकना, तू सेवा नहीं कर सकनी, तू अमृत वेला नहीं संभाल सकना, नैन जोत ते हीन। फिर की करेगा, रुद्धा कंठ शब्द नहीं उच्चरिया, फिर की करेगा तू। नैनो नीर बह तन खीना भये, के करेगा अगे। जिहड़ा अगे वेला आ रहा, तू कहना कोई गल नहीं जी, अजे समा आएगा मैं फिर इधर नूं तुर पवांगा। की करेगा अगे? अज तेरे च दम है, ताण दिता तैनूं, बल दिता। ज्ञानी होए सो चेतन होए, अज्ञानी अंध कमाए। ये निशानी है, अज्ञानी अन्ना है, अंध। अखां ते पट्टी बजी है तो उन्होंने पता नहीं लग रहा मैं जहर कमा रहा कि अमृत कमा रहा। तो ज्ञान वाले की निशानी हुंदी है, वो अंदरों जागिया हुंदा है, वो अंदरों सुचेत हुंदा है। उन्होंने वणज करदियां पता हुंदा है कि बिख की है तो अमृत की है। अज्ञान का हनेरा विनाशन लई इक्को ही साधन। तुसीं भागां वाले श्री गुरु ग्रंथ साहिब जी का गुरता गद्दी दिवस मना रहे हो, तो ये तो बिना होर कोई थां नहीं है साध संगत। ज्ञान अंजन, उन्हें दारू पाया, अखां च सुरमा पाया तो अखां खुल गईयां। तो सुरमा काहदा जी? ज्ञान का। श्री गुरु ग्रंथ साहिब सच्चे पातशाह के ज्ञान का। ज्ञान अंजन गुर दिया, अज्ञान अंधेर विनाश। सो अरदास करिए महाराज जी, वो चेतनता सानू दिओ, वो समझ दिओ। असीं अणजाणे विच जहर खा रहे हैं। साडियां अखां राहीं, साडी जुबान राहीं, साडे कन्नां राहीं, साडे कमाउण वाले हत्थां राहीं साडे अंदर जहर जा रहा है। ते बाणी च बचन हुंदा है, बिख खाधी तत्काल मर जाए। तुरंत जहर अंदर चलिया जाए, बंदा तुरंत मर जाता है। तो जिन्हां दी 50-50, 60-60, 70-70 साल हो गई, अखां राहीं जहर, जीभ राहीं जहर, कन्नां राहीं जहर। तू कह मालक नूं भी मालक जी मेरे कन्नां च जहर ना जाए, मेरे मोहन श्रवणी ये ना सुनाए। साकत गीत नाद धुन गावत, बोलत बोल अजाए। मेरे कन्नां राहीं जहर ना जाए। महाराज हुंदा की है, एक ना महाराज दा बचन हुंदा, साचे का गाहक विरला को जान। अजकल केबल कूबल खत्म हो रही है, इंटरनेट बहुता चल रहा, घर च लोड़ भी आदि, बच्चों ने पढ़ना हुंदा। तो बच्चे ना कई बारी जदों आपां उधरों कथा भी ला लेंदे आ, खोलीए तो बहुत कुछ आउंदा। तो जिहड़े गीतां वाले व्यू हुंदे ने ना, गीतकारां दे व्यू जिन्हां ने गीत गाए हुंदे आ, वो मिलियनां च हुंदे आ। 50 मिलियन 60 मिलियन। तो जिहड़े शब्द कीर्तन वाले कथा वाले व्यू हुंदे ने ना, वो 100वां च ते हज़ारां च हुंदे आ। ठीक है, बड़े प्यारे की भाई कुलदीप सिंह जी बैठे हुए है, सुनती है संगत। पर जे
ਲੋਕਾਂ ਦੀ ਬਿਰਤੀ ਦੀ ਗੱਲ ਕਰੀਏ ਤੇ ਜ਼ਹਿਰ ਨੂੰ ਪਸੰਦ ਕਰਨ ਵਾਲੇ ਜ਼ਿਆਦਾ ਹੈ, ਜਿਹਦੇ 'ਚ ਕੋਈ ਕਰੈਕਟਰ ਨਹੀਂ, ਜਿਹਦੇ 'ਚ ਕੋਈ ਨੈਤਿਕਤਾ ਨਹੀਂ, ਜਿਹਦੇ 'ਚ ਕੋਈ ਸੰਗ ਹਯਾ ਲੱਜਾ ਨਹੀਂ, ਉਹਦੇ ਗਾਹਕ ਜ਼ਿਆਦਾ ਹੈ ਤੇ ਸਾਚੇ ਕਾ ਗਾਹਕ ਵਿਰਲਾ ਕੋ ਜਾਣ। ਇਹਦਾ ਮਤਲਬ ਅਸੀਂ ਪਰਿਵਾਰਾਂ ਵਿੱਚ ਅਸੀਂ ਆਪਣੇ ਜੀਆਂ 'ਚ ਬੈਠ ਕੇ ਸਾਰੇ ਰਲ ਕੇ ਕੀ ਖਾ ਰਹੇ ਹਾਂ? ਜ਼ਹਿਰ। ਤੇ ਉਹ ਜੋ ਸੱਚ ਕਮਾਉਣਾ ਸੀ ਉਸ ਪਾਸੇ ਸਾਨੂੰ ਚੇਤਨਤਾ ਹੀ ਨਹੀਂ। ਜਿੰਨੀ ਰੁਚੀ ਦੇ ਨਾਲ ਬੈਠ ਕੇ ਸੀਰੀਅਲ ਵੇਖਦਾ ਹੈ ਸਾਰਾ ਟੱਬਰ, ਭਾਗਾਂ ਵਾਲੇ ਹੈਗੇ ਘਰ ਜੀ ਜਿਹੜੇ ਬਾਣੀ ਸੁਣਦੇ, ਕੀਰਤਨ ਸੁਣਦੇ ਆ। ਵੇਖੋ ਸਾਧਨ ਤੇ ਸਾਰਿਆਂ ਦੇ ਹੱਥਾਂ 'ਚ ਫੜੇ ਹੋਏ ਆ। ਤੇ ਜੇ ਚੇਤਨ ਹਾਂ ਤੇ ਸਮਝ ਇਹ ਹੋਵੇ ਵੀ ਅਸੀਂ ਕੀ ਖਾ ਰਹੇ ਹਾਂ, ਅਸੀਂ ਕੀ ਵਰਤ ਰਹੇ ਹਾਂ, ਪਹਿਲਾਂ ਆਪਣੇ ਆਪ ਤੋਂ ਪ੍ਰਗਟ ਹੋਵੇ ਵੀ ਇਹ ਬੰਦਾ ਬਈ ਸਿਆਣਾ ਹੈ। ਆਪਾਂ ਰੋਟੀ ਖਾਂਦੇ ਨੂੰ ਵੇਖ ਕੇ ਅੰਦਾਜ਼ਾ ਲਾ ਲੈਂਦੇ ਆ ਨਾ ਵੀ ਬੰਦਾ ਅਬਨੋਰਮਲ ਹੈ ਜੀ ਥੋੜਾ ਜਿਹਾ। ਇਸੇ ਤਰ੍ਹਾਂ ਇਹ ਜ਼ਿੰਦਗੀ ਦੇ ਆਤਮਕ ਆਹਾਰ ਤੋਂ ਅੰਦਾਜ਼ਾ ਲੱਗ ਜਾਂਦਾ ਕਿ ਅਸੀਂ ਨਾਰਮਲ ਹਾਂ ਕਿ ਅਬਨੋਰਮਲ ਹਾਂ। ਤੇ ਸਿੱਖ ਨੂੰ ਨਾਰਮਲ ਵੀ ਨਹੀਂ ਕਿਹਾ, ਸਿੱਖ ਨੂੰ ਕਿਹਾ ਚੇਤਨ ਹੋਏ। ਤੂੰ ਸਧਾਰਨ ਨਾਲੋਂ ਵੀ ਅੱਪਰ ਦਰਜੇ ਦਾ ਸਿਆਣਾ ਹੋਣਾ ਚਾਹੀਦਾ, ਪਰ ਗਿਆਨ ਤੋਂ ਬਿਨਾਂ ਨਹੀਂ। ਤੇ ਗਿਆਨ ਗੁਰੂ ਤੋਂ ਬਿਨਾਂ ਨਹੀਂ। ਭਾਈ ਰੇ ਗੁਰ ਬਿਨ, ਜਿੱਦਾਂ ਕਿਹਾ ਨਾ ਕੁੰਭੇ ਬੱਦਾ, ਘੜਾ ਪਾਣੀ ਤੋਂ ਬਿਨਾਂ ਨਹੀਂ ਬਣਨਾ, ਮਤਲਬ ਪਾਣੀ ਘੜੇ ਤੋਂ ਬਿਨਾਂ ਨਹੀਂ ਰਹਿਣਾ। ਭਾਂਡੇ ਤੋਂ ਬਿਨਾਂ ਪਾਣੀ ਕਿੱਦਾਂ? ਮਿੱਟੀ ਦੇ ਭਾਂਡਿਆਂ 'ਚ ਹੀ ਪਾਣੀ ਹੁੰਦਾ ਸੀ। ਪਾਣੀ ਰੱਖਣਾ ਤੇ ਘੜੇ ਤੋਂ ਬਿਨਾਂ ਨਹੀਂ ਰਹਿਣਾ, ਤੇ ਘੜਾ ਪਾਣੀ ਤੋਂ ਬਿਨਾਂ ਨਹੀਂ ਬਣਨਾ। ਕੁੰਭੇ ਬੱਦਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਦਾ ਮਨ ਰਹਿ, ਗੁਰ ਬਿਨ। ਇੱਥੇ ਤੇ ਆਉਣਾ ਹੀ ਪੈਣਾ ਸੱਜਣਾ, ਇਹ ਤੇ ਪੱਲੇ 'ਚ ਬੰਨਣਾ ਹੀ ਪੈਣਾ। ਇਹਦੇ ਤੋਂ ਬਿਨਾਂ ਸਰਨਾ ਹੈ ਨਹੀਂ, ਨਹੀਂ ਤੇ ਇਹ ਜ਼ਹਿਰ ਵਾਲੇ ਪਾਸੇ ਜਾਏਗਾ। ਅਗਲਾ ਬਚਨ ਬਖਸ਼ਿਆ, ਨਾਨਕ ਇੱਥੇ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ। ਵੇਖੋ ਦੋ ਸ਼ਬਦ ਆਉਂਦੇ, ਥੋੜ੍ਹਾ ਜਿਹਾ ਇਹਨੂੰ ਆਪਾਂ ਆਪਣੇ ਸੋਚ ਵਿੱਚ ਪਾ ਲਈਏ। ਪੂਰਬਲਾ ਤੇ ਅੱਗੇ। ਹੁਣ ਅਸੀਂ ਪਤਾ ਸੁਰਖਰੂ ਕਦੋਂ ਹੋ ਜਾਂਦੇ ਆ ਵੀ ਇਹ ਗੱਲ ਪੂਰਬਲੀ ਕੀਤੀ ਹੈ ਤੇ ਕਰੋੜ ਸਾਲ ਪਿੱਛੇ ਮੈਂ ਜਿਹੜੇ ਜਨਮ ਭੋਗੇ ਸੀ ਉਹਨਾਂ ਦੀ ਗੱਲ ਹੋਣੀ ਹੈ। ਅੱਗੇ ਦੀ ਕੀਤੀ ਹੈ ਤੇ ਜਿਹੜੇ ਅਗਲੇ ਜਨਮ ਆਉਣੇ ਆ। ਨਹੀਂ ਭਾਈ, ਜਦੋਂ ਪੂਰਬਲੇ ਦੀ ਗੱਲ ਹੈ ਤੇ ਹੋ ਸਕਦਾ ਪਿਛਲਾ, ਪੂਰਬਲਾ ਮਤਲਬ ਪਿਛਲਾ, 1 ਸੈਕਿੰਡ ਪਿਛਲਾ ਵੀ ਹੋ ਸਕਦਾ। ਜਿਹੜਾ ਰਾਤ ਕਮਾਇਆ ਸੀ ਰਾਤ ਦੇ ਹਨੇਰੇ 'ਚ, ਹੋ ਸਕਦਾ ਦਿਨ ਦੇ ਚਾਨਣ 'ਚ ਅਗਲਾ ਸਵੇਰੇ ਭੋਗਣਾ ਪੈ ਜੇ। ਰਾਤੀ ਗੁਨਾਹ ਕੀਤਾ ਸੀ, ਸਵੇਰੇ ਆ ਕੇ ਆਇਆ ਵੀ ਚੋਰੀ ਤੂੰ ਕੀਤੀ ਹੈ ਭਾਈ। ਇੰਨਾ ਕੁ ਫਰਕ ਕਿਉਂ ਨਹੀਂ ਸਮਝਦਾ? ਪਰ ਸੌਖਾ ਇਹ ਹੈ ਨਾ ਜੀ, ਸੌਖਾ ਇਹ ਹੈ ਵੀ ਉਹ ਪਿਛਲੇ ਜਨਮ ਦੀ ਗੱਲ ਹੈ ਤੇ ਅਗਲੇ ਜਨਮ 'ਚ ਸਜ਼ਾ ਹੋਣੀ ਹੈ। ਨਹੀਂ ਮਿੱਤਰਾ, ਪੂਰਬਲਾ 1 ਛਿਨ ਪਿਛਲਾ ਵੀ ਹੋ ਸਕਦਾ ਤੇ ਅਗਲਾ 1 ਛਿਨ ਅਗਲਾ ਵੀ ਹੋ ਸਕਦਾ। ਜੇ ਚੰਗਾ ਬੀਜ ਲੇਗਾ ਹੁਣੇ ਹੀ, ਅਬ ਕਲੂ ਆਇਓ ਰੇ, ਇੱਕ ਨਾਮ ਬੋਵੋ ਬੋਵੋ। ਤੇ ਇਹ ਨਹੀਂ ਵੀ ਅਗਲੇ ਜਨਮ 'ਚ ਹੀ ਜਾ ਕੇ ਪਤਾ ਲੱਗੇਗਾ ਤੈਨੂੰ, ਅਗਲੇ ਦਿਨ ਹੀ ਪਤਾ ਲੱਗ ਜਾਏਗਾ ਕਿ ਕੱਲ ਚੰਗਾ ਕੀਤਾ ਸੀ ਤੇ ਚੰਗਾ ਫਲ ਮਿਲਿਆ, ਤੇ ਰਾਤੀ ਮਾੜਾ ਕੀਤਾ ਸੀ ਤੇ ਸਵੇਰੇ ਕੰਡੇ ਚੁਗਣੇ ਪੈ ਗਏ। ਸੋ ਅੱਗੇ ਕੀ ਕਰੇਗਾ, ਅੱਗੇ ਕੀ ਕਮਾਏਗਾ, ਕੀ ਖਾਏਗਾ? ਨਾਨਕ ਇੱਥੇ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ। ਅਗਲੇ ਸਲੋਕ 'ਚ ਕਿਹਾ, ਮਹੱਲਾ ਤੀਜਾ, ਧੁਰ ਖਸਮੈ ਕਾ ਹੁਕਮ ਪਿਆ ਵਿਣ ਸਤਿਗੁਰ ਚੇਤਿਆ ਨਾ ਜਾਏ। ਹਾਂ, ਮੇਰਾ ਹੱਠ ਨਹੀਂ ਤੇਰੀ ਬਖਸ਼ਿਸ਼। ਮਨ ਹੱਠ ਕਿਨੈ ਨਾ ਪਾਇਓ। ਇੱਥੇ ਫਿਰ ਕੀ, ਤੁਸੀਂ ਰਹਿਮਤ ਕਰੋ, ਤੁਹਾਡੀ ਬਖਸ਼ਿਸ਼ ਹੋਵੇ ਪਾਤਸ਼ਾਹ, ਫਿਰ ਮੈਂ ਚੇਤ ਸਕ। ਕਿਉਂ ਸਿਮਰੀ ਸਿਮਰਿਆ ਨਹੀਂ ਜਾਏ। ਕੀ ਕਰਾਂ ਮਹਾਰਾਜ? ਆਪ ਜਪਾਏ, ਬਾਣੀ ਪੜ੍ਹਦੇ ਹੋ ਭੈਣੋ, ਬੋਲੋ, ਆਪ ਜਪਾਏ ਆਪ ਗਵਾਏ, ਹੈ ਨਾ। ਤੁਸੀਂ ਕਿਰਪਾ ਕਰੋ, ਅਸਾਂ ਜੋਰ ਨਾਹੀਂ, ਜੇ ਕਿਛ ਕਰ ਹਮ ਸਾਕੈ, ਜਿਉ ਭਾਵੈ ਤਿਵੈ ਬਖਸ਼। ਸਾਨੂੰ ਨਾ ਹਉਮੈ ਦੇ ਖੂਹ ਚੋਂ ਕੱਢ ਲਿਆ ਮਹਾਰਾਜ। ਇਹ ਨਾ ਹੋਏ ਵੀ ਸਵੇਰੇ ਮੈਂ ਉੱਠਿਆ ਸੀ, ਸਵੇਰੇ ਮੈਂ ਇੰਨਾ ਨਹੀਂ। ਤੁਸੀਂ ਤਰਸ ਕਰੋ ਤੇ ਪਾਤਸ਼ਾਹ ਲਾ ਲਓ। ਧੁਰ ਖਸਮੈ ਕਾ ਹੁਕਮ ਪਿਆ ਵਿਣ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰ ਮਿਲਿਆ ਅੰਤਰ ਰਵ ਰਹਿਆ, ਸਦਾ ਰਹਿਆ ਲਿਵ ਲਾਏ। ਤੁਸੀਂ ਬਖਸ਼ਿਸ਼ ਕਰਦੇ ਹੋ ਤੇ ਫਿਰ ਅੰਦਰ ਰਮ ਜਾਂਦਾ, ਫਿਰ ਲਿਵ ਟੁੱਟਦੀ ਨਹੀਂ।
ਟੁੱਟੀ ਲਿਵ ਜੋੜਨ ਵਾਲਾ ਮੇਰਾ ਸਤਿਗੁਰੂ ਹੈ, ਜਿਹਨੇ ਸੋਝੀ ਦਿੱਤੀ, ਜਿਹਨੇ ਗਿਆਨ ਦਿੱਤਾ, ਜਿਹਨੇ ਭੁੱਲੇ ਮਾਰਗ ਗੁਰਵਡ ਭਾਗੀ ਪਾਇਆ। ਐਸਾ ਗੁਰਵਡ ਭਾਗੀ ਪਾਇਆ, ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਐਸਾ ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਭੁੱਲੇ ਮਾਰਗ ਜਿਨਹਿ ਬਤਾਇਆ, ਭੁੱਲੇ ਮਾਰਗ ਜਿਨਹਿ ਬਤਾ। ਭੁੱਲੇ ਸਿੱਖ ਗੁਰੂ ਸਮਝਾਏ, ਸੁਤ ਖਿਨ ਖਿਨ ਭੂਲ ਵਿਗਾਰ। ਮਹਾਰਾਜ ਸਾਡਾ ਸੁਭਾਅ ਕੀ ਹੈ? ਸਦਾ ਸਦ ਭੁੱਲਣ। ਬਖਸ਼ਿੰਦ ਪਾਤਸ਼ਾਹ ਇਹ ਹੈ ਗੁਰਮੁਖੋ। ਡਾਕਟਰ ਦਵਾਈ ਨਹੀਂ ਦਿੰਦੇ ਵੀ ਆਹ ਪੇਨ ਕਿਲਰ ਹੈ, ਇਹ ਐਂਟੀ ਇਨਫੈਕਸ਼ਨ ਹੈ, ਤੇ ਨਾਲ ਉਹ ਇੱਕ ਬਿਮਾਰੀ ਇੱਕ ਹੁੰਦੀ ਹੈ ਵੀ ਜਾੜ ਦਰਦ ਹੋ ਰਹੀ ਤੇ ਗੋਲੀਆਂ 3 ਦੇ ਦਿੰਦੇ ਆ। ਉਹ ਕਾਹਦੀ ਪਾਉਂਦੇ ਆ? ਨਾਲ ਵੀ ਸਾਈਡ ਇਫੈਕਟ ਨਾ ਹੋਵੇ, ਰਿਐਕਸ਼ਨ ਨਾ ਹੋ ਜਾਏ। ਹੁਣ ਗੁਰੂ ਸਾਹਿਬ ਨੇ ਇੱਕ ਦਵਾਈ ਨਾਲ ਪਾਈ, ਵੈਸੇ ਔਖਦ ਨਾਮ ਹੈ, ਤੇ ਨਾਲ ਦਵਾਈ ਪਾਈ ਵੀ ਨਾਮ ਜਪਦਿਆਂ ਵੀ ਹੰਕਾਰ ਨਾ ਹੋ ਜਾਏ ਵੀ ਮਹਾਰਾਜ ਜੀ ਤੁਸੀਂ ਜਪਾਓਗੇ ਤੇ ਜਪਾਂਗੇ, ਤੁਸੀਂ ਕਿਰਪਾ ਕਰੋ। ਤੋ ਇਹ ਸ਼ਬਦ ਬੜਾ ਪਿਆਰਾ ਸਿੱਖੀ 'ਚ ਜੀ। ਕਿਸਾਨ ਮੋਰਚਾ ਲੱਗਿਆ ਹੋਇਆ, ਤੇ ਉਹ ਜੁੜੇ ਹੀ ਹੋਏ ਆ ਸਾਰੇ, ਆਪਾਂ ਕਾਫੀ ਤੁਰੇ ਰਹੀਦਾ ਉੱਧਰ ਨੂੰ। ਉਹ ਵੀਰਾਂ ਨੇ ਨਾ ਮੈਨੂੰ ਇੱਕ ਦਿਨ, ਹਰਿਆਣੇ ਵਾਲੇ ਵੀਰ ਬੜੇ ਸਿਆਣੇ ਨੇ, ਜਿਹੜੀਆਂ ਉਹਨਾਂ ਦੀਆਂ ਖਾਪ ਪੰਚਾਇਤਾਂ ਨੇ ਨਾ, ਬੜੀਆਂ ਪੂਰੀ ਪਕੜ ਹੈ ਉਹਨਾਂ ਦੀ ਸਾਧ ਸੰਗਤ। ਉਹਨਾਂ ਨੇ ਇੱਕ ਗੱਲ ਬੜੀ ਪਿਆਰੀ ਜੀ ਦੱਸੀ ਸਾਧ ਸੰਗਤ ਜੀ। ਉਹ ਆਂਦੇ ਵੀ ਤੁਹਾਡੇ ਜਿਹੜਾ ਸ਼ਬਦ ਕੋਸ਼ ਹੈ ਨਾ, ਸਿੱਖਾਂ ਦਾ ਸ਼ਬਦ ਕੋਸ਼, ਅਸੀਂ ਉਹਦੇ ਤੋਂ ਬੜੇ ਪ੍ਰਭਾਵਿਤ। ਧਿਆਨ ਨਾਲ ਸੁਣਿਓ, ਵੇਖੋ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡੇ ਕੋਲ ਖਜ਼ਾਨਾ ਕਿੱਦਾਂ ਦਾ। ਕਹਿੰਦੇ ਜੀ ਜੇ ਕੁਝ ਕਹਿਣਾ ਹੋਵੇ ਤੇ ਤੁਸੀਂ ਹੁਕਮ ਦੇ ਲਹਿਜੇ 'ਚ ਨਹੀਂ ਕਹਿੰਦੇ, ਤੁਸੀਂ ਆ ਕੇ ਕਹਿੰਦੇ ਜੀ ਇੱਕ ਬੇਨਤੀ ਹੈ। ਜੇ ਤੁਸੀਂ ਪ੍ਰਸ਼ਾਦਾ ਛਕਾਉਣਾ ਹੋਵੇ ਤੇ ਤੁਸੀਂ ਕਹਿੰਦੇ ਹੋ ਜੀ ਗੁਰੂ ਕਾ ਲੰਗਰ ਹੈ। ਜੇ ਤੁਸੀਂ ਕੁਝ ਕਰਨਾ ਕਰਾਉਣਾ ਹੋਵੇ ਤੁਸੀਂ ਕਹਿੰਦੇ ਜੀ ਆਓ ਸੇਵਾ ਆ। ਕਹਿੰਦੇ ਕਿਤੇ ਹਉਮੈ ਨਜ਼ਰ ਹੀ ਨਹੀਂ ਆਉਂਦੀ। ਹੁਣ ਵੇਖੋ ਸ਼ਬਦ ਮਹਾਰਾਜ ਨੇ ਸਾਨੂੰ ਇਦਾਂ ਦੇ ਦਿੱਤੇ, ਪੰਥ ਨੇ ਸ਼ਬਦ ਇਦਾਂ ਦੇ ਅਪਣਾਏ ਵੀ ਸਾਡੇ ਸਭ ਕੁਝ ਕਰਦਿਆਂ ਵੀ, ਵਰਤਾਉਂਦਿਆਂ ਵੀ, ਵੰਡਦਿਆਂ ਵੀ, ਲੰਗਰ ਲਾਉਂਦਿਆਂ ਵੀ, ਸੇਵਾ ਕਰਦਿਆਂ ਵੀ, ਕਿਤੇ ਇਹ ਨਹੀਂ ਕਿ ਮੈਂ ਕਰਤਾ ਹਾਂ। ਨਾਮ ਜਪਦਿਆਂ ਵੀ ਕਿਤੇ ਇਹ ਨਹੀਂ ਕਿ ਮੈਂ ਜਪ ਰਿਹਾ। ਨਹੀਂ ਮਹਾਰਾਜ ਤੁਸੀਂ ਜਪਾ ਰਹੇ ਹੋ, ਦਵਾਈ ਹੈ ਸਾਡੀ ਨਾਲ। ਤਾਂ ਮਹਾਰਾਜ ਦਿਆਲੂ ਸਾਹਿਬ ਇਹ ਬਖਸ਼ਿਸ਼ ਕਰ ਰਹੇ ਸਾਡੇ ਉੱਤੇ ਸਾਧ ਸੰਗਤ ਵੀ ਧੁਰ ਖਸਮੈ ਕਾ ਹੁਕਮ ਪਿਆ, ਵਿਣ ਸਤਿਗੁਰ ਚੇਤਿਆ ਨਾ ਜਾਏ। ਚੇਤਾ ਹੀ ਤਾਂ ਹੋਣਾ ਮਹਾਰਾਜ ਜੀ ਜੇ ਤੁਸੀਂ ਕਿਰਪਾ ਕਰੋਗੇ। ਵਿਣ ਸਤਿਗੁਰ ਚੇਤਿਆ ਨਾ ਜਾਏ। ਸਤਿਗੁਰ ਮਿਲਿਆ ਅੰਤਰ ਰਵ ਰਿਹਾ, ਸਦਾ ਰਿਹਾ ਲਿਵ ਲਾਏ। ਫਿਰ ਨਿਰੰਤਰ ਯਾਦ ਆਏਗੀ, ਟੁੱਟੇਗਾ ਨਹੀਂ। ਲਿਵ ਦਾ ਮਤਲਬ ਹੈ ਰੈਗੂਲਰ, ਭੁੱਲਦਾ ਹੀ ਨਹੀਂ। ਫਿਰ ਉਠਤ ਬੈਠਤ ਸੋਵਤ ਨਾਮ, ਜੀ ਤੇ ਰਹਿ ਕੇ ਆਵੇ ਕਾਮ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਨਮ ਮਰਨ ਕਾ ਭਉ ਗਿਆ, ਜੀਵਨ ਪਦਵੀ ਪਾਏ। ਸਭ ਤੋਂ ਵੱਡਾ ਜਿਹੜਾ ਭੈ ਮੈਂ ਬੇਨਤੀ ਕਰ ਰਿਹਾ ਸੀ, ਮੌਤ ਦਾ ਭਉ ਗਿਆ। ਜਿਹੜਾ ਭੈ ਵਿੱਚ ਆ ਗਿਆ ਨਾ ਜੀ, ਉਹਦਾ ਭਉ ਗਿਆ। ਉਹਨੂੰ ਕਾਹਦਾ ਡਰ ਹੈ ਜੀ। ਬਾਬਾ ਕਬੀਰ ਜੀ ਦੇ ਬਚਨ ਮੈਨੂੰ ਕਈ ਵਾਰੀ ਨਾ ਐਂ ਲੱਗਦਾ ਵੀ ਜਿਵੇਂ ਇੱਕ ਸਿੱਧਾ ਪਿੰਡ ਦਾ ਠੇਠ ਪੰਜਾਬੀ ਬੋਲਣ ਵਾਲਾ ਸਧਾਰਨ ਜ਼ਿਮੀਂਦਾਰ ਜਿਹੜਾ ਨਾ, ਉਹ ਕਹਿੰਦਾ ਵੀ ਮੈਨੂੰ ਨਹੀਂ ਬਹੁਤੀਆਂ ਗਿਆਨ ਦੀਆਂ ਗੱਲਾਂ ਆਉਂਦੀਆਂ, ਮੈਂ ਤੇ 2 ਹਰਫਾਂ ਗੱਲ ਕਰਦਾ। ਆਪਾਂ ਕਈ ਵਾਰੀ ਕਹਿੰਦੇ ਨਹੀਂ ਐਦਾਂ, ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਤੇ 2 ਹਰਫੀ ਗੱਲ ਕਰਦਾ, ਵੀ ਮੈਨੂੰ ਨਹੀਂ ਬਹੁਤੀ ਫਿਲਾਸਫੀ ਆਉਂਦੀ, ਪਰ 2 ਹਰਫੀ ਗੱਲ ਬੜੀ ਕਮਾਲ ਦੀ ਟਣਕਾ ਕੇ ਕੀਤੀ। ਕਹੋ ਕਬੀਰ ਅੱਖਰ ਦੋਏ ਭਾਖ, ਹੋਏਗਾ ਖਸਮ ਤਾਂ ਲਏ ਕਰ। ਮੇਰੀ ਕੋਈ ਸਿਰਦਰਦੀ ਨਹੀਂ, ਕਹਿੰਦੇ ਆਪੇ ਉਹਦਾ ਕੰਮ ਹੈ, ਆਪੇ ਖਸਮ ਜਾਣੇ। ਤੋ ਇਹ ਬਚਨ ਇੱਥੇ ਮਹਾਰਾਜ ਜੀ ਕਹਿ ਰਹੇ ਨੇ, ਕਹਿੰਦੇ ਵੀ ਕਿਸੇ ਡਰ ਭੈ ਦੀ ਲੋੜ ਹੀ ਨਹੀਂ। ਜਿੱਦਣ ਤੇਰੇ ਭੈ 'ਚ ਆ ਗਏ ਤੇ ਅੱਗੇ ਤੇਰਾ ਕੰਮ ਹੈ, ਆਪੇ ਜੰਮ ਭੱਜ ਜਾਣਗੇ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ
सो कत डरै। सवाल किया क्यों डरिए जी। जिसका साहिब डाडा होए सो कत डरै जे खसम समारै। जिन्हां दे अंदर खसम बैठा उन्होंने काहदा डर। तो जन्म मरण का भाव मुक गया जी। फिर नानक यह मरतबा तिसनू दे जिसनू किरपा करे रजाए। फिर नाल दवाई कादी पाई तेरी बख्शिश। घोड़े ते चढ़ते है, तीर फड़ते है, जंग लड़ते है, ते नाल की कहते हैं तव प्रसाद तेरी बख्शिश। भई जीत मेरी किरपा काल केरी। रणंग जीत आए जयंग गीत गाए। नाल जोड़ी किरपा बख्शिश। पौड़ी नूं संखेप शब्दों च कह लीए, समा हो गया। सचखंड हरमंदर साहब के प्यारे कीर्तनी उन्होंने शैबर लाउनी है। तो पौड़ी च भी यही गल आखी साध संगत, आपे दाना बीनिया आपे प्रधाना। ये चीज़ ने एक बड़ा खादा सानू, मैं भी प्रधान है ना। तो जे मैं प्रधान नहीं तो मेरी संस्था वक्री, मेरा गुरुद्वारा वक्रा। 4-5 बंदे लाल ने, 4-5 बंदियां दी है संस्था, 4-5 बंदियां दा वो प्रधान। खिमा मंगदा बहुती वारी तो उन्नियां मीह च कणियां नहीं पैंदियां जिन्नियां असीं सरोपियां दी झड़ी ला दिंदे है ना। की है सारा कुछ ठीक है, इज्जत देनी हुंदी है, बड़ियां मजबूरियां भी हुंदियां प्रबंधकां दियां, पर दाना भी तू, दाना मतलब सियाणा, प्रधान भी तू, मुखी भी तू है पातशाह। असीं की हाँ। मिट कतरे वांगू मिटा दे अपनी हस्ती को, गर्कश मर्तबा चाहे कि दाना खाक में मिलकर गुले गुलजार होता है। जो मिट्टी च ना मिले तो कभी गुलजार नहीं, पौधा नहीं बनता, फल नहीं लगता। वो मिट्टी च मिलता है तो उन्होंने फल लगता। हस्ती मिटाउनी सिख ये प्रधानगियां दे सरोपे घट करते। आपे दाना बीनिया आपे प्रधाना, ये गुरु साहब कह रहे, मैं नहीं कह रहा। आपे रूप दिखालदा आपे लाए ध्याना, समाधियां भी लाने वाला जोड़न वाला भी तू है, मैं नहीं ला रहा पातशाह। अपना कीता किशू ना होवे, जो हर भावै त्यों रखी है। आपे मोनी वरतदा आपे कथै ज्ञाना, तू चुप करा ले तो तां तेरी रजा, तू बुला ले तो तां तेरी रजा। हुण मैं कहां मैं कथा की है, तू बुलाउण वाला भी तू है पातशाह। भुल जा जिदन ये सोचेगा मैं। मस्कीन साहब एक बचन कहते होंदे सी, उन्हां दी कई बारी संगत करनी, तो वो कहते होंदे सी जे हो गई तो कथा, तो जे करके आया तो चखा, है ना। हुंदा ना भी मैं करके आया, बड़ा कमाल का तत्त सी। भी जिस दिन कदी कदी हुंदा भी वाह वेख्या अज मैं, कहते जे करके आया तो चखा, तो जे हो गई फिर कथा। तो यही सोचना भी उन्हें करवा ली। तू चाहे तो मोनी भी तेरी रजा च, चाहे तो बोलना भी तेरी रजा च पातशाह। तू आपे मोनी वरतदा आपे कथै ज्ञाना, कौड़ा किसै न लगी सबना ही भाना। जिदन होए गई तू तो फिर गुस्सा कादा जी, बोल ही तू रहा, सारिਆਂ ਨੂੰ ਭਾ ਗਿਆ। ਭਾਨਾ मतलब चंगा लग्या। उस्तत बरन ना सकीऐ सद सद कुर्बाना। हे करता रूप वरतन वाले पातशाह, मैं तेरी वडियाई कह नहीं सकता, पर तेथों कुर्बान जाता, बलहार जाता। महाराज वो ज्ञान जिहड़ा तुसीं दृढ़ कराउंदे हो साडे हिरदे च वसाओ। असीं तेरा ज्ञान ला के जिंदगी का राह पहचान सकीए। दीवा बलिया गुर ज्ञान अंधेरा बिनसिया। तो जिदन हनेरा खत्म होया, कोठड़ी चों ही सब कुछ लभ जाना। हर रतन पदार्थ लादा, भरी पई है कोठड़ी साध संगत। अंतर खूटा अमृत भरिया, मन मेरे अंतर तेरा निधान है। बाहर वस्त ना भाल, नौ निधि अमृत प्रभ का नाम देही मैं। किते भी नहीं सानू तो बाहर जाते नूं, बाहर जाता वरज रहाया बाहों फड़ के ते आवाज़ मार के क्या गुरु तेग बहादुर जी ने कित्थे चलिया, कहंदा जी रब लभण चलिया। तो गुरु तेग बहादुर जी ने बाह फड़ ली, काहे रे बन खोजन जाई, सर्ब निवासी सदा अलेपा, तो ही संग समाई।
ਤੇ ਜਦੋਂ ਤੋਹੀ ਸੰਗ ਸਮਾਈ ਨੂੰ ਇਸ ਰੋਸ਼ਨੀ 'ਚ ਵੇਖ ਲਿਆ ਗਿਆਨ ਦੀ 'ਚ, ਫਿਰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਵੇਖਣ ਨੂੰ ਹੀ ਵੱਖ ਲੱਗੀਆਂ, ਹੈ ਇੱਕੋ ਹੀ ਰੂਪ। ਬਖਸ਼ਿਸ਼ ਕਰਨ ਮਹਾਰਾਜ। ਸਤਿਗੁਰੂ ਜੀ ਦੀ ਵੱਡੀ ਮੰਜ਼ਿਲ ਹੈ। ਅਸਲ 'ਚ ਸਾਨੂੰ ਐਡੀ ਕਦਰ ਨਹੀਂ ਹੈਗੀ ਜਿੱਥੇ ਗੁਰੂ ਸਾਹਿਬ ਲਿਜਾ ਰਹੇ ਆ, ਤਾਂ ਕਰਕੇ ਗੱਲਾਂ ਉੱਪਰ ਦੀ ਲੰਘ ਜਾਂਦੀਆਂ। ਤੇ ਉੱਥੋਂ ਤੱਕ ਪਹੁੰਚ ਸਕੇ ਸਾਡੀ ਸੁਰਤ, ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣਾ। ਬਖਸ਼ਿਸ਼ਾਂ ਨਾਲ ਸਾਰਿਆਂ ਦੀਆਂ ਝੋਲੀਆਂ ਭਰਨ, ਆਪ ਵੀ ਰੱਜਣ ਤੇ ਦੂਜਿਆਂ ਨੂੰ ਵੰਡਣ ਜੋਗੇ ਹੋਣ ਸਿੱਖ ਰੱਜ ਰੱਜ ਕੇ। ਇੰਨਾ ਰਿਜ਼ਕ ਦੇਵੇ ਮਹਾਰਾਜ ਤੁਹਾਨੂੰ। ਸਭ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲ ਬੇਨਤੀ ਹੈ ਗੁਰਮੁਖੋ ਕਿ 27 ਦਸੰਬਰ ਨੂੰ ਬਾਬਾ ਜੀ ਦਾ, ਮਾਤਾ ਜੀ ਦਾ, ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਜਿਹੜਾ ਨਗਰ ਕੀਰਤਨ ਹੈ, ਕਿਉਂਕਿ ਤਰੀਕਾਂ ਦੀ ਕਨਫਿਊਜ਼ਨ ਰਹਿ ਜਾਂਦੀ ਹਰ ਵੇਲੇ। 27 ਦਸੰਬਰ ਹੈ ਨਗਰ ਕੀਰਤਨ, 25, 26, 27 ਦਾ ਸ਼ਹੀਦੀ ਦਿਹਾੜਾ। ਸਫਰੇ ਸ਼ਹਾਦਤ 21 ਦਸੰਬਰ ਨੂੰ ਸਤਪੋ ਦਾ ਪਹਿਲਾ ਪੜਾਅ ਬਾਬੇ ਕੁੰਮੇ ਮਾਸ਼ਕੀ ਦੀ ਸ਼ਾਨ, ਦੂਜਾ ਪੜਾਅ ਸਹੇੜੀ 22 ਦਸੰਬਰ ਨੂੰ ਜਿਹੜਾ 8 ਪੋਹ ਨੂੰ ਬਣਦਾ, ਤੇ ਫਿਰ ਉੱਥੋਂ ਕੋਤਵਾਲੀ ਸਾਹਿਬ 23 ਦਸੰਬਰ ਤੇ 24 ਦਸੰਬਰ ਨੂੰ ਠੰਡੇ ਬੁਰਜ ਦੀ ਸਰਦਲ ਤੇ 30 ਤਰੀਕ ਨੂੰ ਇਹ ਨਵੰਬਰ ਦੀ 30 ਬਾਬਾ ਜ਼ੋਰਾਵਰ ਸਿੰਘ ਜੀ ਦਾ ਆਗਮਨ ਦਿਹਾੜਾ, ਪਟਿਆਲੇ ਵਾਲੀ ਗੁਰਸਿੱਖ ਸੰਗਤ ਸਭ ਤੁਸੀਂ ਜਾਣਾ। ਤੇ 14 ਨੂੰ ਭਾਈ ਸਾਹਿਬ ਜੀ ਬਾਬਾ ਫਤਿਹ ਸਿੰਘ ਜੀ ਦਾ ਯਾਦ ਕਰਨਾ। ਤੋ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ, ਅਸੀਸਾਂ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।